ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਰਾਮਕਲੀ ਕੀ ਵਾਰ ਦੂਜੀ ਜਿਹੜੀ ਹੈ ਉਸ ਦੀ ਵਿਚਾਰ ਕੁਝ ਦਿਨ ਤੋਂ ਆਰੰਭ ਕੀਤੀ ਸੀ ਔਰ ਗੁਰਬਾਣੀ ਦੀ ਵਿਚਾਰ ਕਰਕੇ ਅਸੀਂ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 7 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ 8ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਔਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 961 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪੰਜਵਾਂ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਕਰ ਕਿਰਪਾ ਕਿਰਪਾਲ ਦਾ ਮਤਲਬ ਕਿ हे ਰਹਿਮਤ ਕਰਨ ਵਾਲੇ ਪ੍ਰਭੂ ਮੇਰੇ ਤੇ ਰਹਿਮਤ ਕਰ। ਆਪੇ ਬਖਸ਼ ਲੈ ਦਾ ਮਤਲਬ ਤੂੰ ਮੈਨੂੰ ਆਪ ਹੀ ਬਖਸ਼ ਲੈ, ਜੋ ਮੇਰੇ ਪਿਛਲੇ ਗੁਨਾਹ ਨੇ ਉਹਨਾਂ ਨੂੰ ਮੁਆਫ ਕਰ। ਤਾਂ ਇਸ ਪੰਕਤੀ ਚੋਂ ਸਾਨੂੰ ਜ਼ਿੰਦਗੀ ਜੀਣ ਵਾਸਤੇ ਕੀ ਮਿਲਦਾ ਹੈ ਕਿ ਜੋ ਸਾਡੇ ਅਵਗੁਣ ਨੇ, ਜੋ ਕਮੀਆਂ ਔਰ ਦੋਸ਼ ਨੇ, ਉਹਨਾਂ ਦੀ ਅਸੀਂ ਪਹਿਚਾਨ ਕਰਨੀ ਹੈ, ਉਹਨਾਂ ਦੀ ਮੁਆਫੀ ਮੰਗਣੀ ਹੈ ਔਰ ਉਹਨਾਂ ਨੂੰ ਤਿਆਗਣ ਦਾ ਯਤਨ ਕਰਨਾ ਹੈ ਔਰ ਅੱਗੇ ਨਵੀਂ ਜ਼ਿੰਦਗੀ ਸ਼ੁਰੂ ਕਰਨੀ ਹੈ। ਔਰ ਐਸੀ ਜ਼ਿੰਦਗੀ ਅਸੀਂ ਕਦੀ ਵੀ ਕਿਸੇ ਵੀ ਸਮੇਂ ਤੇ ਸ਼ੁਰੂ ਕਰ ਸਕਦੇ ਹਾਂ। ਕੋਈ ਵੀ ਇਨਸਾਨ ਕਦੇ ਵੀ ਕਿਸੇ ਵੀ ਸਮੇਂ ਐਸੀ ਜ਼ਿੰਦਗੀ ਜੀ ਸਕਦਾ ਹੈ, ਯਾਨੀ ਜੋ ਵੀ ਕੀਤੇ ਹੋਏ ਗੁਨਾਹ ਨੇ ਉਹਨਾਂ ਨੂੰ ਤਿਆਗ ਸਕਦਾ ਹੈ। ਬੰਦਾ ਆਪਣੇ ਸੁਭਾਅ ਨੂੰ ਬਦਲਣ ਦਾ ਯਤਨ ਕਰ ਸਕਦਾ ਹੈ। ਤਾਂ हे ਕਿਰਪਾਲ ਪ੍ਰਭੂ ਮਿਹਰ ਕਰ, ਮੈਨੂੰ ਆਪ ਬਖਸ਼ ਲੈ। ਤੇ ਮੰਗ ਕੀ ਕਰ ਰਹੇ ਨੇ? ਸਦਾ ਸਦਾ ਜਪੀ ਤੇਰਾ ਨਾਮ। ਇੱਥੇ ਜਪੀ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਜਪੀ, ਮੈਂ ਜਪਾਂ। ਸਤਿਗੁਰ ਪਾਏ ਪੈ, ਪਾਏ ਨਹੀਂ ਪਾਏ। ਪਾਏ ਪੈ ਦਾ ਮਤਲਬ ਪੈਰੀ ਪੈ ਕੇ, ਚਰਨੀ ਲੱਗ ਕੇ। ਕਿ हे ਮਾਲਕ ਮੇਰੇ ਤੇ ਰਹਿਮਤ ਕਰ ਕਿ ਮੈਂ ਸਤਿਗੁਰ ਦੇ ਚਰਨਾਂ ਤੇ ਢਹਿ ਕੇ ਸਦਾ ਤੇਰੇ ਹੁਕਮ ਨੂੰ ਸਮਝਾਂ, ਤੇਰੀ ਸਿਫਤ ਸਲਾਹ ਕਰਾਂ। ਤੇਰਾ ਨਾਮ ਜਪੀ ਦਾ ਮਤਲਬ ਤੇਰੀ ਸਿਫਤ ਸਲਾਹ ਕਰਾਂ, ਤੇਰੇ ਗੁਣਾਂ ਦਾ ਧਾਰਨੀ ਹੋਵਾਂ, ਤੇਰੇ ਹੁਕਮ ਦੇ ਨਾਲ ਸਾਂਝ ਪਾਵਾਂ। ਸਤਿਗੁਰ ਦੇ ਚਰਨਾਂ ਤੇ ਢਹਿ ਕੇ ਮੈਂ ਸਦਾ ਤੇਰੇ ਹੁਕਮ ਦੇ ਨਾਲ ਸਾਂਝ ਪਾਵਾਂ, ਤੇਰੀ ਸਿਫਤ ਸਲਾਹ ਕਰਾਂ, ਤੇਰੇ ਗੁਣਾਂ ਦਾ ਧਾਰਨੀ ਹੋਵਾਂ। ਤਾਂ ਇੱਥੋਂ ਸਾਨੂੰ ਜ਼ਿੰਦਗੀ ਜੀਣ ਲਈ ਕੀ ਮਿਲ ਰਿਹਾ ਹੈ ਕਿ ਅਸੀਂ ਗੁਰੂ ਜੀ ਦੀ ਅਗਵਾਈ ਲੈਣੀ ਹੈ ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲਣਾ ਹੈ। ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ ਹੈ ਔਰ ਗੁਣਾਂ ਦੇ ਧਾਰਨੀ ਹੋਣਾ ਹੈ। ਮਨ ਤਨ ਅੰਤਰ ਵਸ ਦੁੱਖਾਂ ਨਾਸ ਹੋਏ। ਇੱਥੇ ਦੁੱਖਾਂ ਨਹੀਂ ਪੜਨਾ, ਬਿੰਦੀ ਲਗਾ ਕੇ ਦੁੱਖਾਂ। हे ਕਿਰਪਾਲ ਪ੍ਰਭੂ ਮੇਰੇ ਮਨ ਵਿੱਚ ਔਰ ਤਨ ਵਿੱਚ ਆ ਕੇ ਵਸ, ਤਾਂ ਕਿ ਮੇਰੇ ਦੁੱਖ ਮੁੱਕ ਜਾਣ, ਮੇਰੇ ਦੁੱਖਾਂ ਦਾ ਨਾਸ ਹੋ ਜਾਏ। ਹੁਣ ਦੇਖੋ ਸਾਡੇ ਦੁੱਖਾਂ ਦਾ ਨਾਸ ਕਿਵੇਂ ਹੋ ਜਾਏਗਾ? ਜੇ ਕਿਸੇ ਦੇ ਮਨ ਔਰ ਤਨ ਦੇ ਅੰਦਰ ਅਵਗੁਣ ਨੇ, ਵਿਕਾਰ ਨੇ, ਤਾਂ ਉਹ ਮਨ ਕਰਕੇ ਵੀ ਪਰੇਸ਼ਾਨ ਹੋਏਗਾ ਔਰ ਉਹ ਬੰਦਾ ਤਨ ਕਰਕੇ ਵੀ ਪਰੇਸ਼ਾਨ ਹੋਏਗਾ, ਕਿਉਂਕਿ ਸੋਚ ਦੇ ਅੰਦਰ ਨੈਗੇਟਿਵਿਟੀ ਹੈ, ਸੋਚ ਅੰਦਰ ਪਾਪ ਅਪਰਾਧ ਨੇ ਔਰ ਉਹਦੇ ਜੋ ਤਨ ਕਰਕੇ ਕਰਮ ਨੇ ਉਹ ਵੀ ਮਾੜੇ ਨੇ। ਅੱਖਾਂ ਨਾਲ ਮਾੜਾ ਵੇਖਦਾ ਹੈ, ਜ਼ਬਾਨ ਨਾਲ ਮਾੜਾ ਬੋਲਦਾ ਹੈ, ਦਿਮਾਗ ਦੇ ਅੰਦਰ ਗੁੱਸਾ ਕ੍ਰੋਧ ਆਦਿਕ ਹੈ। ਤਾਂ ਸਰੀਰਕ ਤੌਰ ਤੇ ਜਿਹੜੇ ਕਰਮ ਨੇ ਉਹ ਵੀ ਦੁੱਖ ਦੇਣ ਵਾਲੇ ਹੋਣਗੇ। ਤੇ ਜਦੋਂ ਰੱਬੀ ਗੁਣ ਸਾਡੇ ਹਿਰਦੇ ਵਿੱਚ ਵਸਣਗੇ, ਸਤ ਸੰਤੋਖ ਆਦਿਕ, ਔਰ ਜਦੋਂ ਅਸੀਂ ਕਰਮ ਰੱਬੀ ਰਜ਼ਾ ਦੇ ਵਿੱਚ ਕਰਾਂਗੇ ਤਾਂ ਸਾਡੇ ਦੁੱਖਾਂ ਦਾ ਨਾਸ ਹੋ ਜਾਏਗਾ, ਵਿਕਾਰ ਖਤਮ ਹੋ ਜਾਣਗੇ। ਵਿਕਾਰ ਖਤਮ ਹੋਣ ਦੇ ਨਾਲ ਜੋ ਸਾਡੀਆਂ ਦੁੱਖ ਨੇ, ਪਰੇਸ਼ਾਨੀਆਂ ਨੇ, ਆਟੋਮੈਟਿਕਲੀ ਮੁੱਕ ਜਾਣਗੀਆਂ। ਤਾਂ ਇਹ ਮੇਰੇ ਮਾਲਕ ਮੇਰੇ ਮਨ ਤਨ ਵਿੱਚ ਆ ਕੇ ਵਸ, ਜਿਸ ਕਰਕੇ ਮੇਰੇ ਦੁੱਖ ਮੁੱਕ ਜਾਣ। ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਇ। ਵਿਆਪੈ ਭਉ ਨਾ ਕੋਇ ਦਾ ਮਤਲਬ ਮੇਰੇ ਤੇ ਕੋਈ ਡਰ ਜ਼ੋਰ ਨਾ ਪਾ ਸਕੇ। ਮੈਨੂੰ ਆਪਣਾ ਹੱਥ ਦੇ ਕੇ ਰੱਖ, ਜਿਸ ਕਰਕੇ ਮੇਰੇ ਉੱਤੇ ਕੋਈ ਡਰ ਜ਼ੋਰ ਨਾ ਪਾਏ। ਆਪਣਾ ਹੱਥ ਦੇ ਕੇ ਮੈਨੂੰ ਬਚਾ। ਹੁਣ ਇੱਥੇ ਰੱਬ ਦਾ ਹੱਥ ਕੀ ਹੈ? ਰੱਬ ਦਾ ਹੱਥ ਇਹ ਨਹੀਂ ਕਿ ਜਿਵੇਂ ਸਾਡੇ ਹੱਥ ਵਰਗਾ ਕੋਈ ਹੱਥ ਸਿਰ ਤੇ ਰੱਖੇਗਾ। ਇੱਥੇ ਹੱਥ ਦਾ ਮਤਲਬ ਹੈ ਹੁਕਮ, ਕਿ ਆਪਣਾ ਹੁਕਮ ਮੇਰੇ ਸਿਰ ਤੇ ਰੱਖ ਪਾ, ਮੈਂ ਤੇਰੇ ਹੁਕਮ ਦੇ ਅੰਦਰ ਤੁਰਾਂ, ਜਿਸ ਕਰਕੇ ਮੈਨੂੰ ਕੋਈ ਭਉ ਨਾ ਵਿਆਪੇ, ਡਰ ਨਾ ਵਿਆਪੇ।
ਜਦੋਂ ਅਸੀਂ ਰੱਬੀ ਰਜ਼ਾ ਮੁਤਾਬਕ ਤੁਰਦੇ ਹਾਂ, ਕੋਈ ਕਰਮ ਸਿਸਟਮ ਦੇ ਅੰਦਰ ਕਰਦੇ ਹਾਂ, ਤਾਂ ਉਹਦੇ ਗੁਆਚਣ ਦਾ, ਉਹਦੇ ਖਰਾਬ ਹੋਣ ਦਾ, ਉਹਦੇ ਵਿਗੜਨ ਦਾ ਡਰ ਨਹੀਂ ਰਹਿੰਦਾ। ਜਦੋਂ ਅਸੀਂ ਰਜ਼ਾ ਪਾਣੇ ਤੋਂ ਉਲਟ ਕੋਈ ਕਰਮ ਕਰਦੇ ਹਾਂ, ਤਾਂ ਉਦੋਂ ਉਹਦੇ ਚੋਂ ਦੁੱਖ ਪੈਦਾ ਹੋਣ ਦਾ, ਫੇਲ ਹੋਣ ਦਾ ਡਰ ਬਣਿਆ ਰਹਿੰਦਾ ਹੈ। ਤਾਂ ਜੇਕਰ ਅਸੀਂ ਆਪਣੀ ਜ਼ਿੰਦਗੀ ਚੋਂ ਡਰ ਭੌ ਨੂੰ ਗਵਾਉਣਾ ਹੈ, ਤਾਂ ਸਾਨੂੰ ਰੱਬੀ ਰਜ਼ਾ ਨੂੰ ਸਮਝਣਾ ਚਾਹੀਦਾ ਹੈ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ ਚਾਹੀਦਾ ਹੈ, ਜਿਸ ਕਰਕੇ ਜ਼ਿੰਦਗੀ ਦੇ ਅੰਦਰ ਕੋਈ ਡਰ ਨਾ ਵਿਆਪੇ। ਮਿਸਾਲ ਵਜੋਂ, ਜੇ ਮੈਂ ਕਿਤੇ ਕੋਈ ਚੋਰੀ ਕੀਤੀ ਹੈ ਛੋਟੀ ਮੋਟੀ, ਤਾਂ ਮੇਰੇ ਮਨ ਦੇ ਅੰਦਰ ਹਮੇਸ਼ਾ ਡਰ ਬਣਿਆ ਰਹੇਗਾ ਕਿ ਇਹ ਕਿਤੇ ਇਹਨਾਂ ਨੂੰ ਪਤਾ ਨਾ ਲੱਗ ਜਾਏ ਜਿਨ੍ਹਾਂ ਦੀ ਮੈਂ ਚੋਰੀ ਕੀਤੀ ਹੈ। ਤੇ ਜੇ ਮੈਂ ਚੋਰੀ ਕੀਤੀ ਹੀ ਨਹੀਂ ਤਾਂ ਮੇਰੇ ਅੰਦਰ ਡਰ ਪੈਦਾ ਹੀ ਨਹੀਂ ਹੋਵੇਗਾ। ਜੇ ਕੋਈ ਮਾੜਾ ਕਰਮ ਕੀਤਾ ਨਹੀਂ ਤਾਂ ਮੇਰੀ ਸੋਚ ਦੇ ਅੰਦਰ ਡਰ ਹੀ ਪੈਦਾ ਨਹੀਂ ਹੋਏਗਾ। ਤਾਂ ਇੱਥੇ ਐਸੇ ਕਰਮ ਕਰਨ ਦੀ ਪ੍ਰੇਰਣਾ ਹੈ, ਰੱਬੀ ਰਜ਼ਾ ਭਾਣੇ ਵਿੱਚ ਤੁਰਨ ਦੀ, ਜਿਸ ਕਰਕੇ ਜ਼ਿੰਦਗੀ ਦੇ ਅੰਦਰ ਡਰ ਔਰ ਭੌ ਤੋਂ ਬਚਿਆ ਜਾ ਸਕੇ। ਗੁਣ ਗਾਵਾਂ ਦਿਨ ਰੈਣ ਏਤੈ ਕੰਮ ਲਾਏ। ਏਤੈ ਕੰਮ ਦਾ ਮਤਲਬ ਇਸ ਕੰਮ ਵਿੱਚ, ਦਿਨ ਰਹਿਣ ਦਾ ਮਤਲਬ ਰਾਤ ਦਿਨ, ਹਰ ਸਮੇਂ। ਇਹ ਮਾਲਕ ਮੈਨੂੰ ਇਸ ਕੰਮ ਵਿੱਚ ਲਗਾ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਵਾਂ। ਗੁਣ ਗਾਨ ਨੂੰ ਆਪ ਸਾਰੇ ਕਲਾਸ ਵਾਲੇ ਵੀਰ ਭੈਣਾਂ ਸਮਝਦੇ ਹੋ। ਗੁਣ ਗਾਨ ਦਾ ਮਤਲਬ ਹੈ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਨਾ, ਮਨ, ਬਚਨ ਔਰ ਕਰਮ ਕਰਕੇ। ਸੋਚ ਅੰਦਰ ਵੀ ਗੁਣ ਹੋਣ, ਬੋਲਾਂ ਵਿੱਚ ਵੀ ਗੁਣ ਹੋਣ ਔਰ ਬਿਹੇਵੀਅਰ ਦੇ ਅੰਦਰ ਵੀ ਗੁਣ ਹੋਣ। ਤਾਂ ਇਹ ਮਾਲਕ ਮੈਨੂੰ ਇਸ ਕੰਮ ਦੇ ਵਿੱਚ ਹਮੇਸ਼ਾ ਲਗਾਈ ਰੱਖ। ਯਾਨੀ ਜਿਹੜਾ ਵੀ ਮੈਂ ਕੋਈ ਕੰਮ ਕਰਾਂ, ਜ਼ਿੰਦਗੀ ਦੇ ਅੰਦਰ ਜੀਵਾਂ, ਤਾਂ ਉਹਦਾ ਬੇਸ ਜਿਹੜਾ ਹੈ ਉਹ ਗੁਣ ਹੋਣ। ਇਹਦੇ ਵਿੱਚ ਇਹ ਨਹੀਂ ਕਿ ਬਾਕੀ ਕੰਮ ਅਸੀਂ ਕਰਨੇ ਛੱਡ ਦੇਣੇ ਨੇ। ਜੇ ਅਸੀਂ ਦੁਕਾਨ ਕਰ ਰਹੇ ਹਾਂ ਤਾਂ ਦੁਕਾਨ ਕਰਨੀ ਹੈ, ਲੇਕਿਨ ਇਮਾਨਦਾਰੀ ਨੂੰ ਬੇਸ ਬਣਾ ਕੇ, ਸੱਚ ਨੂੰ ਬੇਸ ਬਣਾ ਕੇ। ਖੇਤੀ ਕਰ ਰਹੇ ਹਾਂ, ਵਪਾਰ ਕਰ ਰਹੇ ਹਾਂ, ਜੌਬ ਕਰ ਰਹੇ ਹਾਂ, ਆਪਣੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ ਦੇ ਨਾਲ ਮਿਲਵਰਤਨ ਰੱਖ ਰਹੇ ਹਾਂ, ਤਾਂ ਇਹ ਸਾਰੇ ਕੰਮ ਤਿਆਗਣੇ ਨਹੀਂ, ਸਿਰਫ ਔਰ ਸਿਰਫ ਗੁਣਾਂ ਦੇ ਧਾਰਨੀ ਹੋ ਕੇ ਇਹ ਜੀਵਨ ਬਤੀਤ ਕਰਨ ਦਾ ਯਤਨ ਕਰਨਾ ਹੈ ਕਿ ਮੈਂ ਹਮੇਸ਼ਾ ਤੇਰੇ ਗੁਣ ਗਾਉਂਦਾ ਰਹਾ। ਮੈਨੂੰ ਇਸ ਕੰਮ ਦੇ ਵਿੱਚ ਲਾ, ਮੈਂ ਅਵਗੁਣਾਂ ਦਾ ਤਿਆਗ ਕਰ ਸਕਾਂ। ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ। ਸੰਤ ਜਨਾਂ ਦਾ ਮਤਲਬ ਜੋ ਸਚਿਆਰ ਨੇ। ਸੰਤ ਜਨਾਂ ਦਾ ਮਤਲਬ ਜਿਹੜੇ ਸਚਿਆਰ ਇਨਸਾਨ ਨੇ, ਚੰਗੇ ਇਨਸਾਨ ਨੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਹਉਮੈ ਦਾ ਰੋਗ ਕੱਟਿਆ ਜਾ ਸਕਦਾ ਹੈ। ਜਿਹੜੇ ਸਚਿਆਰ ਇਨਸਾਨ ਨੇ, ਮਨ ਬਚਨ ਕਰਮ ਕਰਕੇ ਸੱਚੇ ਨੇ, ਰੱਬੀ ਰਜ਼ਾ ਭਾਣੇ ਵਿੱਚ ਚੱਲ ਰਹੇ ਨੇ, ਜਿਨ੍ਹਾਂ ਦਾ ਗੁਰਮਤਿ ਆਸ਼ੇ ਅਨੁਸਾਰ ਜੀਵਨ ਹੈ, ਜੋ ਮਨ ਬਚਨ ਕਰਮ ਕਰਕੇ ਗੁਣਾਂ ਦੇ ਧਾਰਨੀ ਨੇ, ਉਹਨਾਂ ਦੇ ਅੰਦਰ ਈਗੋ ਹੈ ਹੀ ਨਹੀਂ ਹੈ ਨਾ। ਤੇ ਜੇ ਐਸੇ ਲੋਕਾਂ ਦੀ ਸੰਗਤ ਕਰੀਏ, ਐਸੇ ਲੋਕਾਂ ਦੇ ਨਾਲ ਮੇਲ ਮਿਲਾਪ ਹੋਵੇ, ਤਾਂ ਸਾਡੇ ਅੰਦਰੋਂ ਵੀ ਹਉਮੈ ਦਾ ਰੋਗ ਜਾ ਸਕਦਾ ਹੈ। ਸਾਨੂੰ ਵੀ ਸਮਝ ਆਏਗੀ ਕਿ ਅਸੀਂ ਵੀ ਇਸ ਤਰ੍ਹਾਂ ਦੀ ਜ਼ਿੰਦਗੀ ਜੀਣੀ ਹੈ, ਤਾਂ ਸਾਨੂੰ ਐਸੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਭਾਵ ਕਿ ਐਸੇ ਗੁਰਮੁਖਾਂ ਦੇ ਰਾਹਾਂ ਤੇ ਤੁਰਨਾ ਚਾਹੀਦਾ ਹੈ। ਸਰਬ ਨਿਰੰਤਰ ਖਸਮ ਏਕੋ ਰਵ ਰਹਿਆ। ਖਸਮ ਦਾ ਮਤਲਬ ਸਾਰਿਆਂ ਦਾ ਮਾਲਕ, ਨਿਰੰਤਰ ਦਾ ਮਤਲਬ ਲਗਾਤਾਰ, ਸਰਬ ਨਿਰੰਤਰ ਦਾ ਮਤਲਬ ਸਾਰਿਆਂ ਦੇ ਅੰਦਰ, ਰਵ ਰਿਹਾ ਦਾ ਮਤਲਬ ਵਿਆਪਕ ਹੋ ਰਿਹਾ ਹੈ। ਜੋ ਪ੍ਰਭੂ ਹੈ, ਜੋ ਸਭ ਦਾ ਮਾਲਕ ਹੈ, ਉਹ ਸਭ ਜੀਵਾਂ ਦੇ ਅੰਦਰ ਇੱਕ ਰਸ ਵਿਆਪਕ ਹੈ। ਸਰਬ ਨਿਰੰਤਰ ਖਸਮ ਏਕੋ ਰਵ ਰਿਹਾ। ਇੱਕ ਮਾਲਕ ਹੀ ਹਰ ਜੀਵ ਜੰਤ ਦੇ ਅੰਦਰ ਰਮਿਆ ਹੋਇਆ ਹੈ, ਹਰ ਇੱਕ ਦੇ ਅੰਦਰ ਵਸ ਰਿਹਾ ਹੈ। ਔਰ ਇਹ ਗੱਲ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਸਾਨੂੰ ਬਾਰ-ਬਾਰ ਸਮਝਾ ਰਹੀ ਹੈ, ਹਰ ਸ਼ਬਦ ਵਿੱਚ ਸਮਝਾ ਰਹੀ ਹੈ। ਤਾਂ ਜ਼ਰੂਰਤ ਹੈ ਕਿ ਇਹ ਮਾਲਕ ਮੈਂ ਇਸ ਚੀਜ਼ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰਾਂ, ਆਪਣੇ ਜੀਵਨ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕਰ ਸਕੀਏ। ਜੇ ਕਿਤੇ ਐਸਾ ਹੋ ਜਾਏ ਤਾਂ ਕਿੰਨਾ ਸੋਹਣਾ ਜੀਵਨ ਬਣ ਜਾਏਗਾ, ਕਿੰਨਾ ਸ਼ਾਂਤ ਜੀਵਨ ਹੋ ਜਾਏਗਾ। ਹਰ ਇੱਕ ਦੇ ਅੰਦਰ ਹੈ ਉਹ। ਤਾਂ ਪਹਿਲੀ ਗੱਲ ਤਾਂ ਉਸ ਨੂੰ ਆਪਣੇ ਅੰਦਰ ਅਨੁਭਵ ਕਰੀਏ, ਆਪਣੇ ਅੰਦਰ ਵੇਖੀਏ ਕਿ ਮੇਰੇ ਅੰਦਰ ਰੱਬ ਹੈ। ਜੇ ਆਪਣੇ ਅੰਦਰੋਂ ਪ੍ਰਗਟ ਕਰ ਲਿਆ ਨਾ, ਫਿਰ ਬਾਕੀਆਂ ਦੇ ਅੰਦਰ ਦਿਸਣਾ ਸੌਖਾ ਹੋ ਜਾਏਗਾ। ਆਪਣੇ ਅੰਦਰੋਂ ਪ੍ਰਗਟ ਕਿਵੇਂ ਕਰਨਾ ਹੈ? ਗੁਣਾਂ ਦੇ ਰੂਪ ਵਿੱਚ, ਕਿਉਂਕਿ ਰੱਬ ਗੁਣਾਂ ਦਾ ਮੁਜੱਸਮਾ ਹੈ ਨਾ। ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ। ਅੰਦਰ ਜੋ ਗੁਣ ਨੇ ਨਾ,
ਉਹੀ ਰੱਬ ਹੈ ਅਸਲ ਦੇ ਅੰਦਰ। ਤਾਂ ਸਤ, ਸੰਤੋਖ, ਦਇਆ, ਧਰਮ ਵਗੈਰਾ ਵਗੈਰਾ ਜਿੰਨੇ ਵੀ ਗੁਣ ਨੇ ਉਹ ਹਰ ਇਨਸਾਨ ਦੇ ਅੰਦਰ ਮੌਜੂਦ ਨੇ, ਚਾਹੇ ਉਹ ਦੁਨੀਆ ਦੇ ਕਿਸੇ ਵੀ ਜਾਤ, ਨਸਲ, ਕੌਮ ਦਾ ਬੰਦਾ ਹੈ, ਕਿਸੇ ਵੀ ਦੇਸ਼ ਦਾ ਹੈ, ਕਿਸੇ ਵੀ ਰੰਗ ਨਸਲ ਦਾ ਹੈ, ਹਰ ਇਨਸਾਨ ਦੇ ਅੰਦਰ ਗੁਣ ਮੌਜੂਦ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਆਪਣੇ ਅੰਦਰ ਸਿਰਫ ਗੁਣਾਂ ਨੂੰ ਵੇਖੀਏ ਔਰ ਉਹਨਾਂ ਗੁਣਾਂ ਨੂੰ ਪ੍ਰਗਟ ਕਰੀਏ, ਮਤਲਬ ਆਪਣੇ ਬਿਹੇਵੀਅਰ ਦੇ ਵਿੱਚ ਲਿਆਈਏ, ਸੋਚ ਵਿੱਚ ਵੀ, ਬਿਹੇਵੀਅਰ ਵਿੱਚ ਵੀ ਔਰ ਬੋਲਾਂ ਦੇ ਵਿੱਚ ਵੀ। ਜਦੋਂ ਆਪਣੇ ਅੰਦਰੋਂ ਗੁਣ ਪ੍ਰਗਟ ਹੋ ਜਾਣਗੇ ਨਾ, ਤੇ ਫਿਰ ਸਾਨੂੰ ਇਹ ਸਮਝ ਆ ਜਾਏਗੀ ਕਿ ਦੂਜਿਆਂ ਦੇ ਅੰਦਰ ਵੀ ਇਹ ਸਾਰੇ ਦੇ ਸਾਰੇ ਰੱਬੀ ਗੁਣ ਮੌਜੂਦ ਨੇ। ਸਾਨੂੰ ਇਹ ਸਮਝ ਆ ਜਾਏਗੀ ਕਿ ਇਸ ਬੰਦੇ ਦੇ ਅੰਦਰ ਰੱਬ ਤੇ ਹੈ, ਰੱਬੀ ਗੁਣ ਤੇ ਹੈ ਨਾ, ਲੇਕਿਨ ਇਹ ਉਹਨਾਂ ਨੂੰ ਯੂਜ਼ ਨਹੀਂ ਕਰ ਰਿਹਾ, ਉਹਨਾਂ ਨੂੰ ਵਰਤ ਨਹੀਂ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਹਰ ਇੱਕ ਦੇ ਅੰਦਰ ਰੱਬ ਵਸ ਰਿਹਾ ਹੈ। ਇਹ ਚੀਜ਼ ਦੀ ਸਾਨੂੰ ਸਮਝ ਆ ਜਾਏ ਔਰ ਇਸ ਨੂੰ ਅਸੀਂ ਵਰਤਣ ਦਾ ਯਤਨ ਕਰੀਏ। ਤੇ ਯਾਦ ਰੱਖਣਾ, ਇਹਨਾਂ ਚੀਜ਼ਾਂ ਨੂੰ ਵਰਤਣ ਵਾਸਤੇ ਨਾ ਇੱਕ ਨਿੱਕਾ ਜਿਹਾ ਮੈਥਡ ਹੈ। ਜੇ ਕੋਈ ਬੰਦਾ ਆਪਣੇ ਜੀਵਨ ਨੂੰ, ਸੋਚ ਨੂੰ ਬਦਲਣਾ ਚਾਹੇ ਤਾਂ ਸਾਡੇ ਅੰਦਰ 3 ਚੀਜ਼ਾਂ ਕੰਮ ਕਰਦੀਆਂ ਨੇ। ਸਾਡੇ ਥਾਟਸ ਨੇ, ਸਾਡੇ ਵਿਚਾਰ, ਇਮੋਸ਼ਨਸ, ਸਾਡੇ ਜੋ ਵਲਵਲੇ ਨੇ, ਭਾਵਨਾਵਾਂ ਨੇ, ਔਰ ਸਾਡੇ ਜੋ ਬਿਹੇਵੀਅਰ ਹੈਗਾ, ਕਰਮ ਹੈਗਾ। ਹੁਣ ਜੋ ਸਾਡੇ ਥਾਟਸ ਨੇ ਉਹ ਸਾਡੇ ਅੰਦਰ ਇਮੋਸ਼ਨਸ ਪੈਦਾ ਕਰਦੇ ਨੇ ਔਰ ਸਾਡੇ ਇਮੋਸ਼ਨਸ ਜਿਹੜੇ ਨੇ ਬਿਹੇਵੀਅਰ ਪੈਦਾ ਕਰਦੇ ਨੇ। ਇਹ ਇੱਕ ਸਰਕਲ ਚੱਲਦਾ ਹੈ। ਜੈਸਾ ਅਸੀਂ ਬਿਹੇਵੀਅਰ ਕਰਾਂਗੇ ਵੈਸੇ ਸਾਡੇ ਅੰਦਰ ਵਿਚਾਰ ਆਉਣਗੇ, ਜੈਸੇ ਵਿਚਾਰ ਆਉਣਗੇ ਵੈਸੇ ਇਮੋਸ਼ਨਸ ਹੋਣਗੇ। ਜੇ ਅਸੀਂ ਵਿਚਾਰਾਂ ਨੂੰ ਬਦਲੀਏ ਤਾਂ ਜੈਸੇ ਵਿਚਾਰ ਆਉਣਗੇ ਵੈਸੇ ਇਮੋਸ਼ਨਸ ਹੋਣਗੇ, ਵੈਸਾ ਬਿਹੇਵੀਅਰ ਹੋਏਗਾ। ਜੇ ਅਸੀਂ ਇਮੋਸ਼ਨਸ ਨੂੰ ਬਦਲ ਲਈਏ ਤਾਂ ਜੈਸੇ ਇਮੋਸ਼ਨਸ ਹੋਣਗੇ ਵੈਸਾ ਬਿਹੇਵੀਅਰ ਹੋਏਗਾ, ਵੈਸੇ ਵਿਚਾਰ ਹੋ ਜਾਣਗੇ। ਅਸੀਂ ਕਿਤੋਂ ਵੀ ਸ਼ੁਰੂ ਕਰ ਸਕਦੇ ਹਾਂ। ਇਹ ਚੀਜ਼ ਬਦਲਣ ਵਾਸਤੇ ਆਪਣੇ ਜੀਵਨ ਨੂੰ ਮੈਂ ਬੇਨਤੀ ਕਰ ਰਿਹਾ, ਕਿਤੋਂ ਵੀ ਸ਼ੁਰੂ ਕਰ ਸਕਦੇ ਹਾਂ। ਆਪਣਾ ਬਿਹੇਵੀਅਰ ਚੇਂਜ ਕਰ ਦਿਓ। ਤੁਹਾਡੇ ਵਿਚਾਰ ਚੇਂਜ ਨਹੀਂ ਹੋ ਰਹੇ, ਜੇ ਕਿਸੇ ਵਾਸਤੇ ਤੁਹਾਡੇ ਅੰਦਰ ਨਫ਼ਰਤ ਹੈ, ਕੁਝ ਵੀ ਹੈ, ਤਾਂ ਤੁਸੀਂ ਉਹਦੇ ਵਾਸਤੇ ਆਪਣਾ ਬਿਹੇਵੀਅਰ ਚੇਂਜ ਕਰ ਦਿਓ, ਪਿਆਰ ਵਾਲਾ ਬਿਹੇਵੀਅਰ। ਤਾਂ ਜਦੋਂ ਪਿਆਰ ਵਾਲਾ ਬਿਹੇਵੀਅਰ ਕਰੋਗੇ ਤੇ ਹੌਲੇ ਹੌਲੇ ਆਟੋਮੈਟਿਕਲੀ ਤੁਹਾਡੇ ਵਿਚਾਰ ਵੀ ਬਦਲ ਜਾਣਗੇ, ਇਮੋਸ਼ਨਸ ਵੀ ਬਦਲ ਜਾਣਗੇ। ਜੇ ਬਿਹੇਵੀਅਰ ਚੇਂਜ ਨਹੀਂ ਹੋ ਰਿਹਾ ਤਾਂ ਵਿਚਾਰ ਸ਼ੁਰੂ ਕਰ ਦਿਓ ਵੀ ਇਹ ਬੰਦਾ ਠੀਕ ਹੈਗਾ, ਮੈਨੂੰ ਆਪਣਾ ਵਿਚਾਰ ਬਦਲ ਲੈਣੇ ਚਾਹੀਦੇ ਨੇ। ਵਿਚਾਰ ਬਦਲ ਲੋਗੇ, ਇਮੋਸ਼ਨਸ ਬਦਲ ਜਾਣਗੇ। ਜਾਂ ਆਪਣੇ ਇਮੋਸ਼ਨਸ ਬਦਲ ਲਓ, ਭਾਵਨਾਵਾਂ ਬਦਲ ਲਓ ਕਿ ਮੈਂ ਇਸ ਬੰਦੇ ਨਾਲ ਪ੍ਰੇਮ ਕਰਨਾ ਹੈ, ਮੈਂ ਸਹੀ ਵਰਤੋਂ ਕਰਨੀ ਹੈ। ਤਾਂ ਕਿਤੋਂ ਵੀ ਅਸੀਂ ਚੇਂਜ ਕਰਨਾ ਸ਼ੁਰੂ ਕਰ ਸਕਦੇ ਹਾਂ। ਇਹ ਚੀਜ਼ ਨੂੰ ਸਮਝ ਕੇ ਕਿ ਸਰਬ ਨਿਰੰਤਰ ਖਸਮ ਏਕੋ ਰਵ ਰਿਹਾ, ਇੱਕ ਹੀ ਤੇ ਰਮਿਆ ਹੋਇਆ ਹੈ, ਮੇਰੇ ਆਪਣੇ ਅੰਦਰ ਵੀ ਹੈ, ਬਾਹਰ ਵੀ ਹੈ। ਤਾਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨ ਦੀ ਜ਼ਰੂਰਤ ਹੈ। ਗੁਰ ਪ੍ਰਸਾਦੀ ਸੱਚ, ਸੱਚੋ ਸੱਚ ਲਹਿਆ। ਲਹਿਆ ਦਾ ਮਤਲਬ ਲੱਭਿਆ, ਪਛਾਣਿਆ। ਗੁਰੂ ਦੀ ਕਿਰਪਾ ਦੁਆਰਾ ਸੱਚੇ ਹਰੀ ਨੂੰ ਸੱਚੋ ਸੱਚ ਪਛਾਣਿਆ ਹੈ। ਯਾਨੀ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਵੀ ਲੱਭਿਆ ਹੈ ਉਹ ਸੱਚੋ ਸੱਚ ਲਹਿਆ ਦਾ ਮਤਲਬ ਜਿਸ ਨੇ ਸੱਚੀ ਮੁੱਚੀ ਲੱਭ ਲਿਆ ਹੈ। ਕਿੰਨੇ ਲੱਭਿਆ ਹੈ? ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਮਿਹਰ ਦੇ ਨਾਲ। ਯਾਨੀ ਇਹ ਜੋ ਰੱਬ ਨੂੰ ਸਾਰਿਆਂ ਦੇ ਵਿੱਚ ਵੇਖਣਾ ਹੈ, ਰੱਬ ਵਰਗਾ ਬਿਹੇਵੀਅਰ ਬਣਾਉਣਾ ਹੈ, ਗੁਣਾਂ ਦੇ ਧਾਰਨੀ ਹੋਣਾ ਹੈ, ਜੋ ਵੀ ਇਨਸਾਨ ਹੋਇਆ ਹੈ ਉਹ ਗੁਰੂ ਦੀ ਕਿਰਪਾ ਨਾਲ ਹੋਇਆ ਹੈ। ਗੁਰੂ ਦੀ ਕਿਰਪਾ ਦਾ ਮਤਲਬ ਗੁਰੂ ਦਾ ਜੋ ਗਿਆਨ ਹੈ, ਗੁਰੂ ਦੀ ਦੱਸੀ ਵਿਚਾਰਧਾਰਾ ਹੈ, ਗੁਰੂ ਦੇ ਗਿਆਨ ਨੂੰ ਵਰਤੋਂ ਵਿੱਚ ਲਿਆ ਕੇ ਕੋਈ ਵੀ ਹੋਇਆ, ਜੋ ਵੀ ਹੋਇਆ। ਇਹਦਾ ਮਤਲਬ ਕਿ ਅਸੀਂ ਗੁਰਬਾਣੀ ਨੂੰ ਇੰਪਲੀਮੈਂਟ ਕਰੀਏ ਤਾਂ ਅਸੀਂ ਸੱਚੇ ਨੂੰ ਵੇਖ ਸਕਦੇ ਹਾਂ, ਸੱਚ ਨੂੰ ਹਰ ਥਾਂ ਤੇ ਵੇਖ ਸਕਦੇ ਹਾਂ, ਸੱਚ ਵਰਗੇ ਅਸੀਂ ਹੋ ਸਕਦੇ ਹਾਂ। ਦਇਆ ਕਰੋ ਦਇਆਲ, ਆਪਣੀ ਸਿਫਤ ਦੇਹ। ਹੇ ਦਿਆਲ ਪ੍ਰਭੂ, ਦਇਆ ਕਰ, ਮੈਨੂੰ ਆਪਣੀ ਸਿਫਤ ਸਲਾਹ ਬਖਸ਼। ਇਹ ਦੇਹ ਸ਼ਬਦ ਇੱਥੇ ਇੱਕ ਵਚਨੀ ਹੈ। ਇਹਨੂੰ ਤੁਸੀਂ ਦੇਹੋ ਪੜ੍ਹਨਾ ਚਾਹੋ ਤੇ ਪੜ੍ਹ ਸਕਦੇ ਹੋ, ਕਿਉਂਕਿ ਇੱਥੇ ਦੇਹੋ ਸ਼ਬਦ ਬਹੁਵਚਨੀ ਰੂਪ ਵਿੱਚ ਇਸ ਤਰ੍ਹਾਂ ਵਿਖਾਇਆ ਗਿਆ ਜਿਵੇਂ ਸਤਿਕਾਰ ਵਾਸਤੇ ਨਾ ਅਸੀਂ ਤੂੰ ਨੂੰ ਤੁਸੀਂ ਕਹਿੰਦੇ ਆ ਕਿ ਤੁਸੀਂ ਭੈਣ ਤੁਸੀਂ ਮੈਨੂੰ ਪਾਣੀ ਦਿਓ, ਜਾਂ ਵੀਰ ਤੁਸੀਂ ਮੈਨੂੰ ਪਾਣੀ ਦਿਓ। ਹੁਣ ਇੱਕ ਵੀਰ ਨੂੰ ਕਿਹਾ ਜਾ ਰਿਹਾ ਹੈ, ਲੇਕਿਨ ਤੁਸੀਂ ਸ਼ਬਦ ਸਤਿਕਾਰ ਵਜੋਂ ਜਿਵੇਂ ਬੋਲਦੇ ਆ ਨਾ, ਤਾਂ ਦੇਹੋ ਇੱਥੇ ਸ਼ਬਦ ਸਿੰਗੂਲਰ ਹੈ। ਦਇਆ ਕਰੋ ਦਇਆਲ, ਆਪਣੀ ਸਿਫਤ ਦੇਹ, ਕਿ हे ਦਇਆਵਾਨ ਪ੍ਰਭੂ ਮੇਰੇ ਤੇ ਕਿਰਪਾ ਕਰ, ਮੈਨੂੰ ਆਪਣੀ ਸਿਫਤ ਸਲਾਹ ਬਖਸ਼। ਯਾਨੀ ਮੈਂ ਤੇਰੇ ਗੁਣ ਗਾ ਸਕਾਂ। ਮੈਂ ਇਹ ਤੇਰੇ ਤੋਂ ਮੰਗਦਾ ਕਿ ਮੈਂ ਤੇਰੇ ਗੁਣਾਂ ਦਾ ਧਾਰਨੀ ਹੋ ਸਕਾਂ, ਮੈਨੂੰ ਆਪਣੇ ਗੁਣਾਂ ਦੀ ਦਾਤ ਬਖਸ਼। ਦਰਸ਼ਨ ਦੇਖ ਨਿਹਾਲ, ਨਾਨਕ ਪ੍ਰੀਤ ਇਹ। ਮੇਰੇ ਅੰਦਰ ਇਹ ਪ੍ਰੀਤ ਹੈ। ਪ੍ਰੀਤ ਦਾ ਮਤਲਬ ਮੇਰੇ ਅੰਦਰ ਇਹ ਤਾਂਘ ਹੈ
ਗੁਰੂ ਜੀ ਕਹਿੰਦੇ ਨੇ ਮੈਨੂੰ ਇਹ ਹੀ ਤਾਂਘ ਹੈ ਕਿ ਮੈਂ ਤੇਰਾ ਦਰਸ਼ਨ ਕਰਾਂ ਔਰ ਤੇਰੇ ਦਰਸ਼ਨ ਕਰਕੇ ਮੈਂ ਨਿਹਾਲ ਹੋਵਾਂ, ਖਿੜਿਆ ਰਹਾ, ਖੁਸ਼ ਰਹਾ, ਪ੍ਰਸੰਨ ਰਹਾ। ਮੇਰੀ ਇਹੀ ਤਾਂਘ ਹੈ ਕਿ ਮੈਂ ਤੇਰੇ ਗੁਣ ਗਾਵਾਂ, ਤੇਰੇ ਗੁਣਾਂ ਦਾ ਧਾਰਨੀ ਹੋਵਾਂ ਔਰ ਤੇਰੇ ਦਰਸ਼ਨ ਕਰਕੇ ਹਮੇਸ਼ਾ ਖਿੜਿਆ ਰਹਾ। ਭਾਵ ਕਿ ਇਸ ਜਗਤ ਨੂੰ ਤੇਰਾ ਰੂਪ ਵੇਖਾਂ, ਹਰ ਇਨਸਾਨ ਦੇ ਅੰਦਰ ਤੇਰੇ ਦੀਦਾਰ ਕਰਾਂ, ਹਰ ਇਨਸਾਨ ਵਿੱਚ ਮੈਨੂੰ ਤੇਰਾ ਰੂਪ ਨਜ਼ਰੀ ਪਵੇ ਔਰ ਮੈਂ ਗੁਣਾਂ ਦਾ ਧਾਰਨੀ ਹੋਵਾਂ ਤੇ ਮੈਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਾ, ਖਿੜਿਆ ਰਹਾ। ਹੁਣ ਦੇਖੋ, ਹਮੇਸ਼ਾ ਖਿੜੇ ਰਹਿਣ ਵਾਸਤੇ ਸਾਡੇ ਕੋਲ ਇੱਕ ਕਿੱਡਾ ਵੱਡਾ ਫਾਰਮੂਲਾ ਗੁਰੂ ਪਾਤਸ਼ਾਹ ਜੀ ਸਾਨੂੰ ਦੇ ਰਹੇ ਹਨ। ਔਰ ਉਹ ਫਾਰਮੂਲਾ ਕੀ ਹੈ ਕਿ ਰੱਬੀ ਗੁਣਾਂ ਦੇ ਧਾਰਨੀ ਹੋਣਾ, ਮਨ ਵਚਨ ਕਰਮ ਕਰਕੇ, ਔਰ ਹਰ ਇਨਸਾਨ ਦੇ ਵਿੱਚ ਰੱਬ ਨੂੰ ਵੇਖ ਕੇ ਰੱਬ ਵਰਗਾ ਬਿਹੇਵੀਅਰ ਕਰਨਾ। ਐਸੀ ਜ਼ਿੰਦਗੀ ਪੈਦਾ ਕਰਨ ਲਈ ਨਾ ਤਾਂ ਮਾਲਾ ਫੇਰਨ ਦੀ ਲੋੜ ਹੈ, ਐਸੀ ਜ਼ਿੰਦਗੀ ਜੀਣ ਵਾਸਤੇ ਨਾ ਸੰਸਾਰ ਨੂੰ ਛੱਡ ਕੇ ਪਹਾੜਾਂ ਔਰ ਗੁਫਾਵਾਂ ਦੇ ਵਿੱਚ ਜਾਣ ਦੀ ਜ਼ਰੂਰਤ ਹੈ, ਔਰ ਐਸੀ ਜ਼ਿੰਦਗੀ ਜੀਣ ਵਾਸਤੇ ਨਾ ਕਿਤੇ ਸਮਾਧੀਆਂ ਲਾਉਣ ਦੀ ਲੋੜ ਹੈ, ਸਿਰਫ ਸੋਚ ਚੇਂਜ ਕਰਨ ਦੀ ਜ਼ਰੂਰਤ ਹੈ। ਸੋਚ ਚੇਂਜ ਕਰਨੀ ਹੈ, ਬੋਲ ਬਾਣੀ ਚੇਂਜ ਕਰਨੀ ਹੈ, ਬਿਹੇਵੀਅਰ ਚੇਂਜ ਕਰਨਾ ਹੈ, ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਣੀ ਹੈ। ਮਹਿਲਾ ਪੰਜਵਾਂ, ਏਕੋ ਜਪੀਐ ਮਨੈ ਮਾਹੇ, ਇਕਸ ਕੀ ਸਰਣਾਏ। ਜਪੀਏ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਯਾਨੀ ਸਾਂਝ ਪਾਣੀ। ਮਨੇ ਮਹਿ ਦਾ ਮਤਲਬ ਮਨ ਦੇ ਅੰਦਰ। ਇੱਕ ਮਾਲਕ ਦੇ ਨਾਲ ਆਪਣੇ ਮਨ ਵਿੱਚ ਸਾਂਝ ਪਾਈਏ, ਯਾਨੀ ਇੱਕ ਪ੍ਰਭੂ ਦੀ ਸਿਫਤ ਸਲਾਹ ਕਰੀਏ, ਮਨ ਦੇ ਅੰਦਰ, ਸੋਚ ਦੇ ਅੰਦਰ ਇੱਕ ਰੱਬ ਨੂੰ ਵਸਾਈਏ, ਇੱਕ ਰੱਬ ਦੇ ਗੁਣਾਂ ਨੂੰ ਵਸਾਈਏ। ਇਕਸ ਕੀ ਸਰਣਾਏ, ਔਰ ਇੱਕ ਦੀ ਹੀ ਸ਼ਰਨ ਲੈਣੀ ਚਾਹੀਦੀ ਹੈ। ਸ਼ਰਨ ਲੈਣ ਦਾ ਮਤਲਬ ਇੱਕ ਰੱਬ ਦੀ ਰਜ਼ਾ ਦੇ ਅੰਦਰ ਤੁਰਨਾ। ਏਕੋ ਜਪੀਏ ਮਨੇ ਮਾਹੇ, ਇਕਸ ਕੀ ਸਰਣਾਏ, ਯਾਨੀ ਇੱਕ ਰੱਬ ਦੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ ਔਰ ਇੱਕ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਕਸ ਸਿਉ ਕਰ ਪਿਰਹੜੀ, ਦੂਜੀ ਨਾ ਹੀ ਜਾਏ। ਪਿਰਹੜੀ ਦਾ ਮਤਲਬ ਪ੍ਰੇਮ, ਜਾਏ ਦਾ ਮਤਲਬ ਥਾਂ। ਕਿ ਇਹ ਮੇਰੇ ਮਨ ਇੱਕ ਦੇ ਨਾਲ ਪਿਆਰ ਪਾ, ਇੱਕ ਦੇ ਨਾਲ ਪ੍ਰੀਤ ਪਾ, ਉਸ ਤੋਂ ਬਿਨਾਂ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ। ਇੱਕ ਦੇ ਨਾਲ ਪ੍ਰੀਤ ਪਾਣੀ ਹੈ, ਇੱਕ ਦੀ ਪ੍ਰੀਤ ਤੋਂ ਬਿਨਾਂ ਹੋਰ ਕੋਈ ਥਾਂ ਟਿਕਾਣਾ ਨਹੀਂ ਕਿ ਜਿਸ ਦੇ ਨਾਲ ਪ੍ਰੀਤ ਪਾਈ ਜਾਏ। ਮੇਰ ਤੇਰ ਦੇ ਵਿਚਾਰਾਂ ਨਾਲ ਪ੍ਰੀਤ ਨਹੀਂ ਪਾਣੀ ਚਾਹੀਦੀ, ਹਉਮੈ ਹੰਕਾਰ ਨਾਲ ਪ੍ਰੀਤ ਨਹੀਂ ਪਾਣੀ ਚਾਹੀਦੀ, ਕਰਮ ਕਾਂਡਾਂ ਦੇ ਨਾਲ ਪ੍ਰੀਤ ਪਾਣ ਦਾ ਕੋਈ ਲਾਭ ਨਹੀਂ ਹੈ, ਵਹਿਮਾਂ ਭਰਮਾਂ ਦੇ ਨਾਲ ਪ੍ਰੀਤ ਪਾਣ ਦਾ ਕੋਈ ਲਾਭ ਨਹੀਂ ਹੈ। ਇੱਕ ਦੇ ਨਾਲ ਪ੍ਰੀਤ ਪਾ, ਐਸ ਵਿਚਾਰ ਨਾਲ ਕਿ ਇੱਕ ਪਸਰਿਆ ਹੋਇਆ ਹੈ ਚਾਰ ਚੁਫੇਰੇ, ਇੱਕ ਓੰਕਾਰ ਕੀ ਸਾਰਾ ਜਗਤ ਇੱਕ ਹੈ। ਇੱਕ ਦੇ ਨਾਲ ਪ੍ਰੀਤ ਪਾਣ ਦਾ ਮਤਲਬ ਹਰ ਇੱਕ ਦੇ ਨਾਲ ਇੱਕ ਜੈਸਾ ਬਿਹੇਵੀਅਰ, ਅੰਦਰੋਂ ਬਾਹਰੋਂ ਇੱਕ ਹੋਣਾ, ਇੱਕ ਰੱਬੀ ਗੁਣਾਂ ਦੇ ਨਾਲ ਪ੍ਰੀਤ ਪਾਣਾ। ਇੱਕ ਦੇ ਨਾਲ ਪ੍ਰੀਤ ਪਾ, ਉਸ ਤੋਂ ਇਲਾਵਾ ਹੋਰ ਕੋਈ ਜਗ੍ਹਾ ਹੈ ਨਹੀਂ। ਇੱਕੋ ਦਾਤਾ ਮੰਗੀਐ, ਸਭ ਕੁਛ ਪੱਲੇ ਪਾਏ। ਇਹਨੂੰ ਪਲੇ ਨਹੀਂ ਪੜਨਾ, ਪਲੇ ਦਾ ਮਤਲਬ ਹੁੰਦਾ ਹੋ ਜਾਏਗਾ ਪਾਲਣਾ ਜਾਂ ਪਲਣਾ। ਪੱਲੇ, ਪੱਲੇ ਪਾਏ ਦਾ ਮਤਲਬ ਮਿਲਦਾ ਹੈ, ਸਭ ਕੁਛ ਦਾ ਮਤਲਬ ਹਰ ਇੱਕ ਚੀਜ਼। ਇੱਕੋ ਦਾਤਾ ਮੰਗੀ ਹੈ, ਇੱਕ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ। ਹਰੇਕ ਚੀਜ਼ ਉਸ ਪਾਸੋਂ ਹੀ ਮਿਲਦੀ ਹੈ, ਇੱਕ ਤੋਂ ਮੰਗਣਾ ਚਾਹੀਦਾ ਹੈ, ਇੱਕ ਤੋਂ ਹੀ ਹਰ ਸ਼ੈ ਪੱਲੇ ਪੈਂਦੀ ਹੈ। ਹੁਣ ਦੇਖੋ, ਇੱਕ ਤੋਂ ਕਿਵੇਂ ਪੱਲੇ ਪੈਂਦੀ ਹੈ? ਇੱਕ ਤੋਂ ਮੰਗਣ ਦਾ ਭਾਵ ਕੀ ਹੈ? ਇੱਕ ਤੋਂ ਮੰਗਣ ਦਾ ਮਤਲਬ ਹੈ ਕਿ ਇੱਕ ਪ੍ਰਭੂ ਦੀ ਰਜ਼ਾ ਦੇ ਵਿੱਚ ਤੁਰਨਾ। ਇੱਕ ਪ੍ਰਭੂ ਦੀ ਰਜ਼ਾ ਦੇ ਅੰਦਰ ਤੁਰ ਕੇ ਹੀ ਹਰ ਚੀਜ਼ ਪੱਲੇ ਪੈ ਸਕਦੀ ਹੈ। ਜਿਹੜੀ ਵੀ ਚੀਜ਼ ਅਸੀਂ ਪਾਣਾ ਚਾਹੁੰਦੇ ਹਾਂ, ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ, ਉਹ ਰਜ਼ਾ ਪਾਣੇ ਵਿੱਚ ਤੁਰ ਕੇ ਪੱਲੇ ਪੈ ਸਕਦੀ ਹੈ। ਮੰਨ ਲਓ ਅਸੀਂ ਸੁਖ ਪਾਣਾ ਚਾਹੁੰਦੇ ਹਾਂ, ਤਾਂ ਸੁਖ ਪਾਉਣ ਵਾਸਤੇ ਇੱਕ ਰੱਬ ਦੀ ਰਜ਼ਾ ਵਿੱਚ ਤੁਰਾਂਗੇ, ਯਾਨੀ ਗੁਣਾਂ ਦੇ ਅਸੀਂ ਧਾਰਨੀ ਹੋ ਜਾਈਏ, ਤਾਂ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋ ਸਕਦੇ ਨੇ। ਤੇ ਜੇ ਅਸੀਂ ਰਜ਼ਾ ਪਾਣੇ ਨੂੰ, ਸਿਸਟਮ ਨੂੰ ਫੋਲੋ ਨਾ ਕਰੀਏ, ਤਾਂ ਜੀਵਨ ਦੇ ਅੰਦਰ ਸੁਖ ਪੱਲੇ ਨਹੀਂ ਪੈਣਗੇ। ਕਿਉਂਕਿ ਨਿਯਮ ਹੈ ਨਾ, ਜਿਵੇਂ ਸਾਡੇ ਟ੍ਰੈਫਿਕ ਦੇ ਨਿਯਮ ਨੇ, ਬੇਸ਼ੱਕ ਉਹ ਅਸੀਂ ਆਪ ਹੀ ਬਣਾਏ ਨੇ, ਤੇ ਅਸੀਂ ਆਪਣੀ ਡੈਸਟੀਨੇਸ਼ਨ ਤੇ ਕਿਵੇਂ ਪਹੁੰਚ ਸਕਦੇ ਹਾਂ? ਜੇ ਅਸੀਂ ਟ੍ਰੈਫਿਕ ਦੇ ਨਿਯਮਾਂ ਨੂੰ ਸਹੀ ਫੋਲੋ ਕਰੀਏ ਤਾਂ ਹੀ ਪਹੁੰਚਾਂਗੇ ਨਾ। ਤੇ ਜੇ ਟ੍ਰੈਫਿਕ ਦੇ ਨਿਯਮਾਂ ਨੂੰ ਸਹੀ ਫੋਲੋ ਨਹੀਂ ਕਰਦੇ, ਤਾਂ 2-4 ਕਿਲੋਮੀਟਰ ਚੱਲ ਲਵਾਂਗੇ, ਔਖੇ ਸੌਖੇ ਐਕਸੀਡੈਂਟ ਹੋ ਜਾਏਗਾ, ਜਾਂ ਕੋਈ ਹੋਰ ਫੋਲੋ ਨਹੀਂ ਕਰੇਗਾ ਤੇ ਜਾਮ ਲੱਗ ਜਾਏਗਾ, ਗੜਬੜ ਹੋ ਜਾਏਗੀ ਨਾ। ਤਾਂ ਡੈਸਟੀਨੇਸ਼ਨ ਤੇ ਪਹੁੰਚਣ ਲਈ ਜਿਵੇਂ ਟ੍ਰੈਫਿਕ ਦੇ ਰੂਲਸ ਨੂੰ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਨਾ, ਉਹਦੇ ਤੋਂ ਬਿਨਾਂ ਨਹੀਂ ਅਸੀਂ ਪਹੁੰਚ ਸਕਦੇ ਮੰਜ਼ਿਲ ਤੇ।
ਇਸੇ ਤਰ੍ਹਾਂ ਇੱਕ ਪ੍ਰਭੂ ਦੀ ਰਜ਼ਾ ਵਿੱਚ ਚੱਲ ਕੇ ਹੀ ਹਰ ਸ਼ੈ ਪੱਲੇ ਪੈ ਸਕਦੀ ਹੈ, ਹੋਰ ਕਿਤੋਂ ਨਹੀਂ। ਹੁਣ ਜੇ ਕੋਈ ਬੰਦਾ ਚਾਹੇ ਕਿ ਮੈਂ ਰੱਬੀ ਰਜ਼ਾ ਵਿੱਚ ਨਾ ਤੁਰਾਂ, ਜੀਵਨ ਦੇ ਅੰਦਰ ਜੋ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਮੈਂ ਪੂਰੀਆਂ ਨਾ ਕਰਾਂ, ਤੇ ਕੋਈ ਬਾਬਾ ਮੈਨੂੰ ਆਸ਼ੀਰਵਾਦ ਦੇ ਦੇ, ਉਹਦੇ ਨਾਲ ਮੈਨੂੰ ਸੁੱਖ ਮਿਲ ਜਾਣ, ਕੋਈ ਜੋਤਸ਼ੀ ਮੈਨੂੰ ਵਰ ਦੇ ਦੇਵੇ, ਜਾਂ ਮੇਰੇ ਗਲ ਵਿੱਚ ਤਵੀਤ ਟੂਣਾ ਪਾ ਦੇਵੇ ਤਾਂ ਉਹਦੇ ਨਾਲ ਮੈਨੂੰ ਸੁੱਖ ਆਰਾਮ ਮਿਲ ਜਾਵੇ, ਤਾਂ ਐਸਾ ਕੁਝ ਨਹੀਂ ਹੁੰਦਾ। ਇਸ ਲਈ ਇੱਕ ਤੋਂ ਮੰਗਣਾ ਚਾਹੀਦਾ ਹੈ, ਭਾਵ ਇੱਕ ਦੀ ਰਜ਼ਾ ਵਿੱਚ ਤੁਰਨਾ ਚਾਹੀਦਾ ਹੈ। ਇੱਕ ਦੀ ਰਜ਼ਾ ਵਿੱਚ ਤੁਰਨ ਦੇ ਨਾਲ ਹਰ ਸ਼ੈ ਪੱਲੇ ਪੈਂਦੀ ਹੈ। ਮਨ ਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ। ਮਨ ਤਨ ਦਾ ਮਤਲਬ ਮਨ ਕਰਕੇ, ਤਨ ਕਰਕੇ। ਸਾਸ ਦਾ ਮਤਲਬ ਸਵਾਸਾਂ ਰਾਹੀਂ, ਗਿਰਾਸ ਦਾ ਮਤਲਬ ਗਿਰਾਈ ਦੇ ਨਾਲ ਖਾਂਦਿਆਂ ਪੀਂਦਿਆਂ, ਯਾਨੀ ਮਨ ਦੀ ਰਾਹੀਂ, ਸਰੀਰ ਦੀ ਰਾਹੀਂ, ਸਵਾਸ ਖਾਂਦਿਆਂ ਪੀਂਦਿਆਂ ਇੱਕੋ ਇੱਕ ਧਿਆਏ ਦਾ ਮਤਲਬ ਇੱਕ ਨੂੰ ਯਾਦ ਰੱਖ, ਇੱਕ ਰੱਬੀ ਗੁਣਾਂ ਨੂੰ ਯਾਦ ਰੱਖ, ਇੱਕ ਰੱਬੀ ਰਜ਼ਾ ਨੂੰ ਯਾਦ ਰੱਖ, ਗੁਣਾਂ ਨੂੰ ਫੋਲੋ ਕਰ, ਮਨ ਕਰਕੇ ਵੀ, ਤਨ ਕਰਕੇ ਵੀ, ਮਾਨਸਿਕਤਾ ਦੇ ਵਿੱਚ ਵੀ ਗੁਣ, ਬਿਹੇਵੀਅਰ ਦੇ ਅੰਦਰ ਵੀ ਗੁਣ, ਖਾਂਦਿਆਂ ਪੀਂਦਿਆਂ ਵੀ ਗੁਣ, ਕੇਵਲ ਗੁਣਾਂ ਦੇ ਧਾਰਨੀ ਹੋਣਾ ਹੈ। ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ। ਹੁਣ ਅੰਮ੍ਰਿਤ ਨਾਮ ਨਿਧਾਨ ਸੱਚ, ਨਾਮ ਨਿਧਾਨ ਦਾ ਮਤਲਬ ਸੁੱਖਾਂ ਦਾ ਘਰ, ਖਜ਼ਾਨਾ, ਸੁੱਖਾਂ ਦਾ ਖਜ਼ਾਨਾ। ਸੱਚ ਦਾ ਮਤਲਬ ਸਦਾ ਸਥਿਰ ਰਹਿਣ ਵਾਲਾ। ਗੁਰਮੁਖ ਦਾ ਮਤਲਬ ਗੁਰੂ ਦੀ ਰਾਹੀਂ। ਜੋ ਪ੍ਰਭੂ ਦਾ ਆਤਮਿਕ ਜੀਵਨ ਦੇਣ ਵਾਲਾ ਸੁੱਖਾਂ ਦਾ ਖਜ਼ਾਨਾ ਹੈ, ਜੋ ਪ੍ਰਭੂ ਦੇ ਗੁਣ ਨੇ, ਸੁੱਖਾਂ ਦਾ ਖਜ਼ਾਨਾ ਹੈ, ਆਤਮਿਕ ਜੀਵਨ ਦੇਣ ਵਾਲਾ ਹੈ, ਗੁਰੂ ਦੀ ਰਾਹੀਂ ਪ੍ਰਾਪਤ ਹੁੰਦਾ ਹੈ, ਗੁਰੂ ਦੀ ਰਾਹੀਂ। ਹੁਣ ਆਤਮਿਕ ਜੀਵਨ ਦੇਣ ਵਾਲਾ ਗੁਣਾਂ ਦਾ ਖਜ਼ਾਨਾ ਹੈ, ਜਿਵੇਂ ਸੱਚਾਈ, ਦਇਆ, ਪ੍ਰੇਮ, ਨਿਰਭੈਤਾ, ਨਿਰਵੈਰਤਾ। ਜਿਸ ਇਨਸਾਨ ਦੀ ਜ਼ਿੰਦਗੀ ਵਿੱਚ ਇਹ ਗੁਣ ਨੇ, ਜੋ ਇਹਨਾਂ ਨੂੰ ਫੋਲੋ ਕਰ ਰਿਹਾ ਹੈ, ਰੱਬੀ ਰਜ਼ਾ ਵਿੱਚ ਤੁਰ ਰਿਹਾ ਹੈ, ਅਸਲੀ ਆਤਮਿਕ ਜ਼ਿੰਦਗੀ ਉਹ ਜੀ ਰਿਹਾ ਹੈ। ਤੇ ਜਦੋਂ ਅਸੀਂ ਗੁਣਾਂ ਨੂੰ ਛੱਡ ਕੇ ਔਗਣ ਕਮਾਉਂਦੇ ਹਾਂ, ਉਦੋਂ ਇਨਸਾਨੀਅਤ ਅੰਦਰੋਂ ਮਰ ਜਾਂਦੀ ਹੈ, ਉਦੋਂ ਇਨਸਾਨੀਅਤ ਅੰਦਰੋਂ ਮਰ ਜਾਂਦੀ ਹੈ। ਬੰਦਾ ਇੱਕ ਜਿਉਂਦੀ ਲਾਸ਼ ਰਹਿ ਜਾਂਦਾ ਹੈ। ਜਦੋਂ ਅਸੀਂ ਗੁਣਾਂ ਨੂੰ ਛੱਡ ਕੇ ਔਗਣਾਂ ਨੂੰ ਅੰਦਰ ਵਸਾ ਲੈਂਦੇ ਹਾਂ, ਉਦੋਂ ਸਾਡੇ ਅੰਦਰ ਡਰ, ਚਿੰਤਾ, ਫਿਕਰ ਆਦਿ ਪੈਦਾ ਹੋ ਜਾਂਦੇ ਨੇ। ਤੇ ਗੁਰੂ ਜੀ ਕਹਿੰਦੇ ਨੇ, ਜੋ ਸੁੱਖਾਂ ਦਾ ਖਜ਼ਾਨਾ ਹੈ ਨਾ, ਰੱਬੀ ਗੁਣ, ਇਹ ਗੁਰੂ ਦੇ ਜ਼ਰੀਏ ਪ੍ਰਾਪਤ ਕੀਤਾ ਜਾ ਸਕਦਾ ਹੈ, ਗੁਰੂ ਦੇ ਗਿਆਨ ਰਾਹੀਂ। ਯਾਨੀ ਗੁਰੂ ਗਿਆਨ ਦੀ ਅਗਵਾਈ ਵਿੱਚ ਚੱਲ ਕੇ, ਗੁਰੂ ਗਿਆਨ ਨੂੰ ਅਸੀਂ ਵਰਤੋਂ ਵਿੱਚ ਲਿਆ ਕੇ, ਗੁਣਾਂ ਔਗਣਾਂ ਦੀ ਪਹਿਚਾਨ ਕਰਕੇ, ਔਗਣਾਂ ਨੂੰ ਤਿਆਗ ਕੇ, ਗੁਣਾਂ ਦੇ ਧਾਰਨੀ ਹੋ ਕੇ ਇਸ ਸੁੱਖਾਂ ਦੇ ਖਜ਼ਾਨੇ ਨੂੰ ਪਾ ਸਕਦੇ ਹਾਂ। ਹਰ ਇਨਸਾਨ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਵੱਡ ਭਾਗੀ ਤੇ ਸੰਤ ਜਨ ਜਿਨ ਮਨ ਉੱਠਾ ਆਏ। ਸੰਤ ਜਨ ਦਾ ਮਤਲਬ ਸਚਿਆਰ ਪੁਰਸ਼, ਉਹ ਸਚਿਆਰ ਇਨਸਾਨ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਆਵਸਥਾ ਹੈ, ਉਹਨਾਂ ਦਾ ਜੀਵਨ ਮੁਬਾਰਕ ਹੈ। ਜਲ ਥਲ ਮਹੀਲ ਰਵ ਰਹਿਆ ਦੂਜਾ ਕੋਏ ਨਾਹੀਂ। ਮਹੀਲ ਦਾ ਮਤਲਬ ਮਹੀ ਔਰ ਤਲ, ਧਰਤੀ ਦੇ ਤਲ ਉੱਤੇ, ਯਾਨੀ ਧਰਤੀ ਦੇ ਉੱਤੇ, ਆਕਾਸ਼ ਵਿੱਚ। ਜਲ ਦਾ ਮਤਲਬ ਪਾਣੀ ਵਿੱਚ, ਥਲ ਦਾ ਮਤਲਬ ਧਰਤੀ ਵਿੱਚ, ਮਹੀਲ ਦਾ ਮਤਲਬ ਆਕਾਸ਼ ਵਿੱਚ, ਰਵ ਰਹਿਆ ਦਾ ਮਤਲਬ ਰਮਿਆ ਹੋਇਆ ਹੈ, ਦੂਜਾ ਕੋਈ ਨਾ ਹੈ, ਉਹਦੇ ਇੱਕ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ। ਜਲ ਵਿੱਚ ਵੀ, ਥਲ ਵਿੱਚ ਵੀ, ਆਕਾਸ਼ ਵਿੱਚ ਵੀ, ਹਰ ਥਾਂ ਤੇ ਰੱਬ ਹੀ ਰਮਿਆ ਹੋਇਆ ਹੈ, ਦੂਜਾ ਕੋਈ ਹੈ ਹੀ ਨਹੀਂ। ਦੂਜਾ ਕੋਈ ਨਾ ਹੈ, ਦੂਜਾ ਕੋਈ ਵੀ ਨਹੀਂ ਹੈ। ਤਾਂ ਇਹਦਾ ਮਤਲਬ ਹੈ ਦਿਸਦਾ ਜਗਤ ਸਾਰਾ ਰੱਬ ਹੀ ਹੋਇਆ ਨਾ। ਹੁਣ ਕਿਉਂਕਿ ਸਾਨੂੰ ਸਮਝਾ ਦਿੱਤਾ ਗਿਆ ਹੈ ਦੂਜੇ ਢੰਗ ਦੇ ਨਾਲ, ਅਸੀਂ ਹੋਰ ਲੋਕਾਂ ਦੀ ਵਿਚਾਰ ਨੂੰ ਆਪਣੇ ਅੰਦਰ ਘਰ ਕਰਾ ਬੈਠੇ ਹਾਂ। ਸਾਡੇ ਮਨਾਂ ਦੇ ਅੰਦਰ, ਬਹੁਤੇ ਲੋਕਾਂ ਦੇ ਮਨਾਂ ਵਿੱਚ ਇਹ ਘਰ ਕਰ ਗਿਆ ਵਿਚਾਰ ਕਿ ਰੱਬ ਜਿਹੜਾ ਹੈ ਇਸ ਦੁਨੀਆ ਵਿੱਚ ਨਹੀਂ ਹੈ, ਉਹ ਕਿਤੇ ਉੱਤੇ ਸਵਰਗ ਵਿੱਚ, ਜੰਨਤ ਵਿੱਚ, ਜਾਂ ਬੈਕੁੰਠ ਵਿੱਚ, ਜਾਂ ਸੱਚਖੰਡ ਵਿੱਚ, ਜਾਂ ਕਿਸੇ ਹੋਰ ਵੱਖਰੇ ਦੇਸ਼ ਵਿੱਚ ਵਸਦਾ ਹੈ, ਇਹ ਧਰਤੀ ਤੇ ਨਹੀਂ ਹੈ। ਔਰ ਅਸੀਂ ਉਹ ਜਿਹੜਾ ਉੱਤੇ ਵਸਦਾ ਰੱਬ ਹੈ ਨਾ, ਬੰਦੇ ਦੇ ਰੂਪ ਵਿੱਚ ਬੈਠਾ ਹੈ, ਅਸੀਂ ਉਹਨੂੰ ਪਾਣਾ ਚਾਹੁੰਦੇ ਹਾਂ, ਉਹਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ। ਉਹ ਜਿਹੜਾ ਉੱਤੇ ਕਿਤੇ ਬੈਠਾ ਹੈ, ਉਹ ਨਾ ਹੈ, ਨਾ ਉਹਨੇ ਪ੍ਰਗਟ ਹੋਣਾ ਹੈ,
ਕਿਉਂਕਿ ਉਹ ਪ੍ਰਗਟ ਹੀ ਹੈ। ਗੁਰੂ ਨਾਨਕ ਦੇਵ ਦਾ ਜਿਹੜਾ ਰੱਬ ਹੈ ਨਾ, ਉਹ ਤਾਂ ਸਾਰਾ ਦਿਸਦਾ ਜਗਤ ਰੱਬ ਦਾ ਰੂਪ ਹੈ। ਦੇਖੋ ਕਿੰਨਾ ਸਪਸ਼ਟ ਸ਼ਬਦ ਹੈ ਨਾ। ਹਾਂ, ਜੇ ਕੋਈ ਨਾ ਇਸ ਚੀਜ਼ ਨੂੰ ਮੰਨੇ ਤਾਂ ਉਹਦੀ ਆਪਣੀ ਮਰਜ਼ੀ ਹੋ ਸਕਦੀ ਹੈ, ਪਰ ਗੁਰਦੇਵ ਦੀ ਪਾਵਨ ਬਾਣੀ ਸਪਸ਼ਟ ਕਰ ਰਹੀ ਹੈ ਕਿ ਜਲ ਥਲ ਮਹੀਲ ਰਵ ਰਹਿਆ, ਦੂਜਾ ਕੋਈ ਨਾ ਹੈ, ਕਿ ਉਸ ਇੱਕ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ, ਉਹਦੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ। ਤਾਂ ਹੁਣ ਰੱਬ ਦੇ ਦਰਸ਼ਨ ਤਾਂ ਸਾਨੂੰ ਹੋ ਰਹੇ ਨੇ ਨਾ, ਜੇ ਇਸ ਚੀਜ਼ ਨੂੰ ਮੰਨ ਲਈਏ, ਪਰ ਅਸੀਂ ਇਸ ਚੀਜ਼ ਨੂੰ ਇੰਪਲੀਮੈਂਟ ਨਹੀਂ ਕਰ ਪਾ ਰਹੇ, ਸਮਝ ਨਹੀਂ ਪਾ ਰਹੇ। ਬੰਦਾ ਜੇਕਰ ਇਹ ਚੀਜ਼ ਬੰਦੇ ਦੀ ਦਿਮਾਗ ਵਿੱਚ ਬਹਿ ਜਾਏ, ਮਨ ਵਿੱਚ ਬਹਿ ਜਾਏ, ਔਰ ਬੰਦਾ ਇਸ ਚੀਜ਼ ਨੂੰ ਇੰਪਲੀਮੈਂਟ ਕਰੇ, ਤਾਂ ਆ ਦੁਨੀਆ ਜਿਹੜੀ ਹੈ ਉਹ ਸਵਰਗ ਹੋ ਸਕਦੀ ਹੈ। ਨਾਮ ਧਿਆਈ ਨਾਮ ਉਚਰਾਂ, ਨਾਨਕ ਖਸਮ ਰਜ਼ਾਏ। ਨਾਮ ਧਿਆਈ ਯਾਨੀ ਮੈਂ ਨਾਮ ਨੂੰ ਆਪਣੇ ਦਿਮਾਗ ਵਿੱਚ ਵਸਾਵਾਂ, ਯਾਦ ਰੱਖਾਂ। ਨਾਮ ਦਾ ਮਤਲਬ ਹੁਕਮ। ਨਾਮ ਉਚਰਾਂ, ਨਾਮ ਦੀ ਹੀ ਮੈਂ ਗੱਲ ਕਰਾਂ, ਹੁਕਮ ਦੀ ਹੀ ਮੈਂ ਗੱਲ ਕਰਾਂ। ਨਾਨਕ ਖਸਮ ਰਜ਼ਾਏ, ਤੇ ਮੈਂ ਖਸਮ ਦੀ ਰਜ਼ਾ ਦੇ ਵਿੱਚ ਹੀ ਤੁਰਾਂ। ਜਿਸ ਨੂੰ ਪਹਿਲਾਂ ਨਾਮ ਕਹਿ ਰਹੇ ਨੇ 2 ਵਾਰੀ, ਉਹਨੂੰ ਤੀਜੀ ਵਾਰੀ ਰਜ਼ਾਏ ਕਹਿ ਰਹੇ ਨੇ, ਰਜ਼ਾ ਔਰ ਨਾਮ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਪ੍ਰਭੂ ਦੇ ਹੁਕਮ ਦੀ ਗੱਲ ਕਰਾਂ, ਹੁਕਮ ਨੂੰ ਮਨ ਵਿੱਚ ਵਸਾਵਾਂ, ਔਰ ਰੱਬੀ ਹੁਕਮ ਦੇ ਅੰਦਰ ਤੁਰਾਂ, ਯਾਨੀ ਮਨ, ਬਚਨ ਔਰ ਕਰਮ ਕਰਕੇ ਮੈਂ ਰੱਬੀ ਰਜ਼ਾ ਮੁਤਾਬਕ ਜ਼ਿੰਦਗੀ ਜੀਵਾਂ। ਪੌੜੀ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਹੇ ਪ੍ਰਭੂ, ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈ, ਜਿਸ ਦੀ ਰਾਖੀ ਕਰਨ ਵਾਲਾ ਤੂੰ ਹੈ, ਉਹਨੂੰ ਕੋਈ ਵਿਕਾਰ ਆਦਿਕ ਆਤਮਿਕ ਮੌਤ ਤੇ ਮਾਰ ਨਹੀਂ ਸਕਦਾ। ਇੱਥੇ ਸਰੀਰਕ ਮੌਤ ਦੀ ਗੱਲ ਨਹੀਂ ਹੈ, ਇੱਥੇ ਆਤਮਿਕ ਮੌਤ ਦੀ ਗੱਲ ਹੈ, ਕਿਉਂਕਿ ਸਰੀਰਕ ਤੌਰ ਤੇ ਕਦੇ ਵੀ ਕਿਸੇ ਨੇ ਸਦਾ ਥਿਰ ਨਹੀਂ ਰਹਿਣਾ। ਤਾਂ ਇੱਥੇ ਆਮ ਜੋ ਮਨੁੱਖ ਹੈ, ਬਹੁ ਗਿਣਤੀ ਆਤਮਿਕ ਮੌਤ ਤੇ ਮਰਿਆ ਹੋਇਆ ਹੈ। ਜਿਹੜਾ ਬੰਦਾ ਅੰਦਰੋਂ ਹੋਰ ਬਾਹਰੋਂ ਹੋਰ ਹੈ, ਜੋ ਸਤ ਸੰਤੋਖ ਆਦਿਕ ਨੂੰ ਤਿਆਗ ਬੈਠਾ ਹੈ, ਰੱਬੀ ਰਜ਼ਾ ਤੋਂ ਉਲਟ ਹੈ, ਇਨਸਾਨੀਅਤ ਤੋਂ ਗੈਰ ਇਨਸਾਨੀਅਤ ਵਾਲੇ ਕਰਮ ਕਰ ਰਿਹਾ ਹੈ, ਤਾਂ ਉਹ ਆਤਮਿਕ ਮੌਤ ਤੇ ਮਰਿਆ ਹੋਇਆ ਹੀ ਹੈ। ਪਰ ਜਿਸ ਦਾ ਰੱਬ ਰਾਖਾ ਹੈ, ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ, ਉਹਨੂੰ ਕੋਈ ਆਤਮਿਕ ਮੌਤ ਤੇ ਵਿਕਾਰ ਮਾਰ ਨਹੀਂ ਸਕਦਾ। ਕਿਉਂਕਿ ਜਿਹੜਾ ਸੱਚ ਬੋਲ ਰਿਹਾ ਹੈ, ਸੱਚ ਸੁਣ ਰਿਹਾ ਹੈ, ਸੱਚ ਕਮਾ ਰਿਹਾ ਹੈ, ਉਹਨੂੰ ਝੂਠ ਕਿਵੇਂ ਆਤਮਿਕ ਮੌਤ ਤੇ ਮਾਰ ਲੇਗਾ, ਕਿਉਂਕਿ ਉਹਨੇ ਝੂਠ ਬੋਲਣਾ ਹੀ ਨਹੀਂ। ਸੰਤੋਖ ਵਾਲੇ ਦੇ ਨਜ਼ਦੀਕ ਲੋਭ ਨੇ ਕਦੇ ਆਣਾ ਹੀ ਨਹੀਂ। ਉੱਚੇ ਆਚਰਨ ਵਾਲੇ ਬੰਦੇ ਦੇ ਕਦੇ ਗੈਰ ਨੀਵੇਂ ਆਚਰਨ ਨੇ ਨੇੜੇ ਵੀ ਨਹੀਂ ਲੱਗਣਾ। ਤਾਂ ਉਹ ਆਤਮਿਕ ਮੌਤ ਤੇ ਨਹੀਂ ਮਰਦਾ, ਜਿਸ ਦਾ ਰਾਖਾ ਪ੍ਰਭੂ ਹੈ। ਜਿਸ ਨੂੰ ਤੂੰ ਰਖਵਾਲਾ ਦਿੱਤਾ ਤਿਨੈ ਭੈਣ। ਇੱਥੇ ਭੈਣ ਦਾ ਮਤਲਬ ਹੈ ਭਵਨ, ਜਗਤ। ਇੱਥੇ ਭੈਣ ਦਾ ਮਤਲਬ ਭੈਣ ਭਰਾ ਵਾਲੀ ਭੈਣ ਨਹੀਂ ਹੈ, ਇੱਥੇ ਭੈਣ ਦਾ ਮਤਲਬ ਹੈਗਾ ਜਗਤ, ਕਿਉਂਕਿ ਭੈਣ ਦੇ ਨਾਣੇ ਥੱਲੇ ਔਂਕੜ ਹੈ, ਇਹ ਮੇਲ ਜੈਂਡਰ ਹੈ। ਜੇ ਭੈਣ ਫੀਮੇਲ ਜੈਂਡਰ ਹੁੰਦੀ ਤਾਂ ਇੱਥੇ ਔਂਕੜ ਨਹੀਂ ਸੀ ਹੋਣਾ। ਇੱਥੇ ਭੈਣ ਦਾ ਮਤਲਬ ਹੈ ਮੇਲ ਜੈਂਡਰ ਹੈ। ਜਿੱਤਾ ਤਿਨੇ ਭੈਣ, ਭੈਣ ਦਾ ਮਤਲਬ ਸੰਸਾਰ, ਕਿਉਂਕਿ ਜਿਸ ਦਾ ਰਾਖਾ ਤੂੰ ਹੈ, ਉਹਨੇ ਸਾਰੇ ਜਗਤ ਨੂੰ ਜਿੱਤ ਲਿਆ ਹੈ, ਸਾਰੇ ਜਗਤ ਦਾ ਜੇਤੂ ਹੈ। ਜਿਵੇਂ ਗੁਰੂ ਜੀ ਨੇ ਪਾਵਨ ਬਾਣੀ ਵਿੱਚ ਕਿਹਾ ਹੈ ਨਾ, ਮਨ ਜੀਤੈ ਜਗ ਜੀਤ। ਉਹਨੇ ਜਗਤ ਦੇ ਮੋਹ ਨੂੰ ਜਿੱਤ ਲਿਆ ਹੈ, ਉਹਨੇ ਜਗਤ ਦੇ ਵਿਕਾਰਾਂ ਨੂੰ ਜਿੱਤ ਲਿਆ ਹੈ, ਉਹਨੇ ਸੰਸਾਰ ਨੂੰ ਜਿੱਤ ਲਿਆ ਹੈ। ਕਿਉਂਕਿ ਸੰਸਾਰ ਵਿੱਚ ਵਿਕਾਰ ਹੀ ਤੇ ਹੈ ਨੇ ਜਿਨ੍ਹਾਂ ਨੂੰ ਜਿੱਤਣਾ ਔਖਾ ਹੈ। ਤਾਂ ਉਹਨੇ ਮਾਨੋ ਸਾਰੇ ਸੰਸਾਰ ਨੂੰ ਹੀ ਜਿੱਤ ਲਿਆ, ਜਿਹਦਾ ਰਾਖਾ ਤੂੰ ਹੈ, ਜੋ ਤੇਰੀ ਰਜ਼ਾ ਵਿੱਚ ਹੈ। ਜਿਸ ਨੂੰ ਤੇਰਾ ਅੰਗ ਤਿਸ ਮੁਖ ਉਜਲਾ। ਅੰਗ ਦਾ ਮਤਲਬ ਹੈਗਾ ਪੱਖ। ਇੱਥੇ ਪੱਖ ਦਾ ਮਤਲਬ ਪੱਖਪਾਤ ਨਹੀਂ ਹੈ। ਇਹ ਖਾਸ ਖਿਆਲ ਰੱਖਣ ਵਾਲੀ ਗੱਲ ਹੈ, ਕਿਉਂਕਿ ਰੱਬ ਪੱਖਪਾਤੀ ਨਹੀਂ ਹੈ। ਇੱਥੇ ਅੰਗ ਦਾ ਮਤਲਬ ਹੈ ਸਹਾਰਾ। ਮੁਖ ਉਜਲਾ ਦਾ ਮਤਲਬ ਉਹ ਸੁਰਖਰੂ ਹੈ ਕਿ ਹੇ ਪ੍ਰਭੂ, ਜਿਸ ਨੂੰ ਤੇਰਾ ਆਸਰਾ ਹੈ, ਉਹ ਮਨੁੱਖਤਾ ਦੀ ਜ਼ਿੰਮੇਵਾਰੀ ਵਿੱਚ ਸੁਰਖਰੂ ਹੋ ਗਿਆ ਹੈ। ਉਹ ਸੁਰਖਰੂ ਹੈ, ਉਹਦਾ ਮੂੰਹ ਉਜਵਲ ਹੈ, ਜਿਸ ਨੂੰ ਤੇਰਾ ਸਹਾਰਾ ਹੈ, ਜਿਨੇ ਤੇਰਾ ਸਹਾਰਾ ਲਿਆ ਹੈ। ਹੁਣ ਰੱਬ ਦਾ ਸਹਾਰਾ ਲੈਣ ਦਾ ਮਤਲਬ ਕੀ ਹੈ? ਦੇਖੋ, ਕੋਈ ਕ੍ਰੋਧ ਦਾ ਸਹਾਰਾ ਲੈ ਰਿਹਾ ਹੈ, ਜ਼ਿੰਦਗੀ ਜੀਣ ਲਈ ਕੋਈ ਲੋਭ ਦਾ ਸਹਾਰਾ ਲਈ ਬੈਠਾ ਹੈ, ਕੋਈ ਮੋਹ ਔਰ ਹੰਕਾਰ ਦਾ ਸਹਾਰਾ ਲਈ ਬੈਠਾ ਹੈ। ਲੇਕਿਨ ਕੁਝ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੇ ਰੱਬੀ ਗੁਣਾਂ ਦਾ ਸਹਾਰਾ ਜੀਵਨ ਵਿੱਚ ਲਿਆ ਹੈ, ਸੱਚ ਦਾ, ਸੰਤੋਖ ਦਾ, ਦਇਆ ਧਰਮ ਆਦਿਕ ਦਾ। ਤਾਂ ਹੇ ਮਾਲਕ, ਜਿਨ੍ਹਾਂ ਨੇ ਤੇਰਾ ਸਹਾਰਾ ਲਿਆ, ਉਹਨਾਂ ਦੇ ਮੁਖ ਉਜਵਲ ਨੇ।
ਜਿਸਨੂੰ ਤੇਰਾ ਅੰਗ ਸੋ ਨਿਰਮਲੀ ਹੋ ਨਿਰਮਲਾ। ਜਿਸਨੇ ਤੇਰਾ ਸਹਾਰਾ ਲਿਆ, ਜਿਹਨੂੰ ਤੇਰਾ ਆਸਰਾ ਪ੍ਰਾਪਤ ਹੈ, ਉਹ ਪਵਿੱਤਰ ਜੀਵਨ ਵਾਲਾ ਬਣ ਜਾਂਦਾ ਹੈ। ਪਵਿੱਤਰ ਤੋਂ ਪਵਿੱਤਰ ਉਹਦੀ ਜ਼ਿੰਦਗੀ ਪਵਿੱਤਰ ਹੈ, ਸੋਚ ਪਵਿੱਤਰ, ਬੋਲ ਪਵਿੱਤਰ, ਕਰਮ ਪਵਿੱਤਰ। ਜਿਸਨੂੰ ਤੇਰੀ ਨਦਰ ਨਾ ਲੇਖਾ ਪੁੱਛੀਏ, ਜਿਸਨੂੰ ਤੇਰੀ ਨਦਰ, ਜਿਸ ਤੇ ਤੇਰੀ ਮਿਹਰ ਹੈ, ਯਾਨੀ ਜੋ ਤੇਰਾ ਸਹਾਰੇ ਵਿੱਚ ਚੱਲ ਰਿਹਾ ਹੈ, ਜੋ ਤੇਰੀ ਰਜ਼ਾ ਵਿੱਚ ਚੱਲਦਾ ਹੈ, ਨਾ ਲੇਖਾ ਪੁੱਛੀਏ। ਜ਼ਿੰਦਗੀ ਵਿੱਚ ਕੀਤੇ ਕੰਮਾਂ ਦਾ ਹਿਸਾਬ ਨਹੀਂ ਪੁੱਛਿਆ ਜਾਂਦਾ। ਮਤਲਬ ਉਹਨੇ ਕੁਝ ਐਸੇ ਕਰਮ ਹੀ ਮਾੜੇ ਨਹੀਂ ਕੀਤੇ ਕਿ ਜਿਹਦਾ ਲੇਖਾ ਜੋਖਾ ਦੇਣਾ ਪਵੇ। ਕੋਈ ਬੁਰਾ ਕਰਮ ਕੀਤਾ ਹੋਏਗਾ ਤੇ ਉਹਦਾ ਹਿਸਾਬ ਕਿਤਾਬ ਦੇਣਾ ਹੋਏਗਾ ਨਾ, ਉਹਦਾ ਹਿਸਾਬ ਕਿਤਾਬ ਨਿਬੜਿਆ ਹੀ ਹੋਇਆ ਹੈ, ਕਿਉਂਕਿ ਉਹਨੇ ਕੁਝ ਐਸਾ ਕੀਤਾ ਹੀ ਨਹੀਂ ਹੈ। ਉਹਦਾ ਹਿਸਾਬ ਕਿਤਾਬ ਬਰਾਬਰ ਹੀ ਹੈ। ਜਿਸਨੂੰ ਤੇਰੀ ਖੁਸ਼ੀ ਤਿਨ ਨੌਨਿਧ ਪੁੰਚੀ ਹੈ, ਜਿਸਨੂੰ ਤੇਰੀ ਖੁਸ਼ੀ ਪ੍ਰਾਪਤ ਹੈ, ਤੇਰੀ ਪ੍ਰਸੰਨਤਾ ਪ੍ਰਾਪਤ ਹੈ, ਯਾਨੀ ਜੋ ਤੇਰਾ ਸਹਾਰਾ ਲੈਂਦਾ ਹੈ, ਤਿਨ ਨੌਨਿਧ ਪੁੰਚੀਏ। ਪੁੰਚੀਏ ਦਾ ਮਤਲਬ ਵਰਤਿਆ ਹੈ, ਮਾਣਿਆ ਹੈ, ਭੋਗਿਆ ਹੈ। ਉਹਨੇ ਮਾਨੋ ਨੌਨਿਧ ਖਜ਼ਾਨੇ ਹੀ ਮਾਣ ਲੈ, ਉਹਨੇ ਸਾਰੇ ਸੁੱਖ ਮਾਣ ਲੈ, ਯਾਨੀ ਉਹਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਜਿਸ ਤੇ ਤੇਰੀ ਪ੍ਰਸੰਨਤਾ ਹੈ, ਜੋ ਤੇਰੀ ਪ੍ਰਸੰਨਤਾ ਹਾਸਲ ਕਰ ਲੈਂਦਾ ਹੈ, ਜੋ ਤੇਰੇ ਗੁਣਾਂ ਦਾ ਧਾਰਨੀ ਹੈ। ਜਿਸਨੂੰ ਤੂੰ ਪ੍ਰਭ ਵੱਲ ਤਿਸ ਕਿਆ ਮੋਹਚੰਦਗੀ। ਮੋਹਚੰਦਗੀ ਦਾ ਮਤਲਬ ਹੁੰਦਾ ਹੈ ਮੁਥਾਜੀ। ਹੁਣ ਕਈ ਵਾਰ ਬੰਦਾ ਮੁਥਾਜ ਹੋ ਜਾਂਦਾ ਨਾ ਕਿਸੇ ਦੂਜੇ ਦਾ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੱਲ ਤੂੰ ਹੈ, ਭਾਵ ਜੋ ਤੇਰੀ ਸ਼ਰਨ ਵਿੱਚ ਹੈ, ਉਹਨੂੰ ਕਿਸੇ ਦੀ ਕੋਈ ਮੁਥਾਜੀ ਨਹੀਂ ਹੁੰਦੀ। ਉਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਦਾ ਮੁਥਾਜ ਨਹੀਂ ਹੁੰਦਾ। ਉਹ ਕਿਸੇ ਵਿਕਾਰਾਂ ਦਾ ਗੁਲਾਮ ਨਹੀਂ ਹੁੰਦਾ। ਉਹ ਕਿਤੇ ਕਰਮ ਕਾਂਡਾਂ ਦਾ ਮੁਥਾਜ ਨਹੀਂ ਹੈ ਕਿ ਮੈਂ ਕਰਮ ਕਾਂਡ ਕਰਾਂ, ਕਿ ਵਰਤ ਕਰਾਂ, ਕਿ ਸਰਾਧ ਕਰਾਂ, ਕਿ ਨਰਾਤੇ ਕਰਾਂ। ਉਹ ਤੀਰਥ ਯਾਤਰਾਵਾਂ ਦਾ ਮੁਥਾਜ ਨਹੀਂ ਹੈ ਕਿ ਮੈਂ ਤੀਰਥਾਂ ਤੇ ਜਾਵਾਂਗਾ ਤੇ ਮੇਰੀ ਮੈਲ ਉਤਰੇਗੀ। ਉਹ ਇਹਨਾਂ ਕਰਮ ਕਾਂਡਾਂ ਦਾ, ਬਾਬਿਆਂ ਦਾ, ਜੋਤਾਂ ਦਾ, ਵਹਿਮਾਂ ਦਾ, ਭਰਮਾਂ ਦਾ, ਇਹਨਾਂ ਕਿਸੇ ਚੀਜ਼ ਦਾ ਕੋਈ ਉਹ ਮੁਥਾਜ ਨਹੀਂ ਹੈ, ਕਿਸੇ ਦਾ ਉਹ ਗੁਲਾਮ ਨਹੀਂ ਹੈ। ਉਹ ਇਹਨਾਂ ਚੀਜ਼ਾਂ ਤੋਂ ਆਜ਼ਾਦ, ਸਿਰਫ ਉਹ ਤੇਰੇ ਗੁਣਾਂ ਦਾ ਧਾਰਨੀ ਹੈ, ਜੋ ਤੇਰੀ ਰਜ਼ਾ ਵਿੱਚ ਹੈ, ਜਿਸ ਵੱਲ ਤੂੰ ਹੈ। ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ। ਜਿਸ ਤੇ ਤੇਰੀ ਮਿਹਰ ਹੈ, ਰਜ਼ਾ ਹੈ, ਅਸਲ ਦੇ ਅੰਦਰ ਉਹ ਤੇਰੀ ਭਗਤੀ ਕਰ ਰਿਹਾ ਹੈ। ਜੋ ਤੇਰੀ ਰਜ਼ਾ ਵਿੱਚ ਤੁਰਦਾ ਹੈ, ਉਹ ਤੇਰੀ ਬੰਦਗੀ ਕਰਦਾ ਹੈ, ਭਾਵ ਤੇਰੇ ਗੁਣ ਗਾਉਂਦਾ ਹੈ। ਉਹਦੀ ਨਿਸ਼ਾਨੀ ਇਹ ਹੈ, ਜਿਹਦੇ ਤੇ ਰੱਬ ਦੀ ਰਹਿਮਤ ਹੈ ਨਾ, ਉਹਦੀ ਨਿਸ਼ਾਨੀ ਇਹ ਹੈ ਕਿ ਉਹ ਸਿਰਫ ਗੁਣਾਂ ਦਾ ਧਾਰਨੀ ਹੈ, ਮਨ, ਬਚਨ, ਕਰਮ ਕਰਕੇ। ਤੇ ਜੋ ਮਨ, ਬਚਨ, ਕਰਮ ਕਰਕੇ ਗੁਣਾਂ ਦਾ ਧਾਰਨੀ ਹੈ, ਉਹਦੇ ਤੇ ਰੱਬ ਦੀ ਮਿਹਰ ਹੈ। ਦੋਵੇਂ ਇੰਟਰਲੇਟਡ ਨੇ। ਸ਼ਲੋਕ ਮਹਿਲਾ ਪੰਜਵਾਂ। ਹੋ ਕਿਰਪਾਲ ਸੁਆਮੀ ਮੇਰੇ, ਸੰਤਾਂ ਸੰਗ ਵਿਹਾਵੇ। ਵਿਹਾਵੇ ਦਾ ਮਤਲਬ ਬੀਤ ਜਾਏ, ਮੇਰੀ ਉਮਰ ਬੀਤੇ। ਉਹ ਕਿਰਪਾਲ ਦਾ ਮਤਲਬ ਕਿ हे ਸੁਆਮੀ ਮੇਰੇ, हे ਮੇਰੇ ਰੱਬ ਜੀ, ਮੇਰੇ ਤੇ ਰਹਿਮਤ ਕਰੋ ਕਿ ਮੇਰੀ ਜੋ ਉਮਰ ਹੈ, ਮੇਰੀ ਜੋ ਜ਼ਿੰਦਗੀ ਹੈ, ਉਹ ਸਚਿਆਰਾਂ ਦੀ ਸੰਗਤ ਵਿੱਚ ਬੀਤੇ। ਸੰਤਾਂ ਸੰਗ ਦਾ ਮਤਲਬ ਜੋ ਸਚਿਆਰ ਨੇ। ਗੁਰੂ ਨਾਨਕ ਦੇਵ ਜੀ ਸ਼ਬਦ ਵਰਤ ਰਹੇ ਨੇ ਸਚਿਆਰ। ਗੁਰੂ ਅੰਗਦ ਦੇਵ ਜੀ ਸ਼ਬਦ ਵਰਤ ਰਹੇ ਨੇ ਆਸ਼ਿਕ। ਗੁਰੂ ਅਮਰਦਾਸ ਜੀ ਸ਼ਬਦ ਵਰਤ ਰਹੇ ਨੇ ਗੁਰਮੁਖ। ਗੁਰੂ ਰਾਮਦਾਸ ਜੀ ਸ਼ਬਦ ਵਰਤ ਰਹੇ ਨੇ ਸਿੱਖ, ਸਿੱਖੜਾ, ਗੁਰਸਿੱਖੜਾ। ਗੁਰੂ ਅਰਜਨ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ ਸੰਤ, ਸਾਧ, ਬ੍ਰਹਮ ਗਿਆਨੀ। ਗੁਰੂ ਤੇਗ ਬਹਾਦਰ ਜੀ ਸ਼ਬਦ ਵਰਤਦੇ ਨੇ ਜਨ, ਔਰ ਗੁਰੂ ਗੋਬਿੰਦ ਸਿੰਘ ਜੀ ਸ਼ਬਦ ਵਰਤਦੇ ਨੇ ਖਾਲਸਾ। ਇਹਨਾਂ ਸਾਰਿਆਂ ਦਾ ਮੀਨਿੰਗ ਹੈ ਸਚਿਆਰ। ਸਚਿਆਰ ਜੋ ਹੁਕਮ ਰਜ਼ਾ ਦੇ ਅੰਦਰ ਚੱਲਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ हे ਮਾਲਕ, ਮੇਰੇ ਤੇ ਰਹਿਮਤ ਕਰ ਕਿ ਜੋ ਸਚਿਆਰ ਪੁਰਸ਼ ਨੇ, ਜੋ ਤੇਰੀ ਰਜ਼ਾ ਵਿੱਚ ਤੁਰਨ ਵਾਲੇ, ਜੋ ਤੇਰੇ ਗੁਣਾਂ ਦੇ ਧਾਰਨੇ ਨੇ ਨਾ, ਮੇਰੀ ਜ਼ਿੰਦਗੀ ਉਹਨਾਂ ਦੇ ਨਾਲ ਬੀਤੇ, ਉਹਨਾਂ ਵਰਗੀ ਜ਼ਿੰਦਗੀ ਬੀਤੇ, ਉਹਨਾਂ ਰਾਹਾਂ ਤੇ ਮੈਂ ਵੀ ਚੱਲ ਕੇ ਆਪਣੇ ਜੀਵਨ ਨੂੰ ਗੁਜ਼ਾਰਾਂ, ਮੇਰਾ ਜੀਵਨ ਐਵੇਂ ਬੀਤੇ। ਤਾਂ ਦੇਖੋ ਸਾਨੂੰ ਜ਼ਿੰਦਗੀ ਦਾ ਕਿੰਨਾ ਸੋਹਣਾ ਏਮ ਦੇ ਰਹੇ ਨੇ, ਗੋਲ ਦੇ ਰਹੇ। ਸਿੱਖ ਦਾ ਗੋਲ ਇਹੀ ਹੋਣਾ ਚਾਹੀਦਾ। ਸਿੱਖ ਦਾ ਗੋਲ ਹੀ ਇਹ ਹੈ, ਔਰ ਦੁਨੀਆ ਦੇ ਹਰ ਮਨੁੱਖ ਦਾ ਗੋਲ ਇਹ ਹੋਣਾ ਚਾਹੀਦਾ ਹੈ। ਕਿਉਂ? ਤੁਧੋਂ ਭੁੱਲੇ ਸੇ ਜਮ ਜਮ ਮਰਦੇ, ਤਿਨ ਕਦੇ ਨਾ ਚੁੱਕਣ ਹਾਵੇ। ਜੋ ਮਨੁੱਖ ਤੇਰੇ ਤੋਂ ਵਿਛੜੇ ਨੇ, ਚੁੱਕਣ ਦਾ ਮਤਲਬ ਖਤਮ ਨਹੀਂ ਹੁੰਦੇ, ਮੁੱਕਦੇ ਨਹੀਂ। ਹਾਵੇ ਦਾ ਮਤਲਬ ਹੋ ਕੇ, ਤਿੰਨ ਦਾ ਮਤਲਬ ਉਹਨਾਂ ਦੇ, ਉਹ ਜੰਮਦੇ ਨੇ ਔਰ ਮਰ ਜਾਂਦੇ ਨੇ, ਪਰ ਸਾਰੇ ਜੀਵਨ ਦੇ ਅੰਦਰ ਉਹਨਾਂ ਦੇ ਹੌਕੇ ਨਹੀਂ ਮੁੱਕਦੇ। ਉਹ ਹੌਕੇ ਲੈਂਦੇ ਹੀ
ਮਰ ਜਾਂਦੇ ਨੇ ਸਾਰੀ ਜ਼ਿੰਦਗੀ। ਉਹਨਾਂ ਦੇ ਦੁੱਖ ਨਹੀਂ ਮੁੱਕਦੇ, ਚਿੰਤਾਵਾਂ ਨਹੀਂ ਮੁੱਕਦੀਆਂ, ਉਹਨਾਂ ਦੀ ਨੈਗੇਟਿਵਿਟੀ ਨਹੀਂ ਮੁੱਕਦੀ, ਉਹਨਾਂ ਦੀਆਂ ਸ਼ਿਕਾਇਤਾਂ ਨਹੀਂ ਮੁੱਕਦੀਆਂ, ਉਹਨਾਂ ਦੀਆਂ ਗਿਲੇ ਨਹੀਂ ਮੁੱਕਦੇ। ਉਹਨਾਂ ਨੂੰ ਕੋਈ ਨਾ ਕੋਈ ਗਿਲਾ ਬਣਿਆ ਹੀ ਰਹਿੰਦਾ ਹੈ, ਕੋਈ ਨਾ ਕੋਈ ਸਹਿਮ, ਕੋਈ ਵਹਿਮ, ਕੋਈ ਚਿੰਤਾ, ਕੋਈ ਹੌਕਾ, ਕੋਈ ਨਾ ਕੋਈ ਬਣਿਆ ਹੀ ਰਹਿੰਦਾ ਹੈ। ਜਿਹੜੇ ਤੇਰੇ ਤੋਂ ਭੁੱਲੇ ਹੋਏ ਨੇ, ਜਿਨ੍ਹਾਂ ਨੇ ਤੇਰੇ ਗੁਣਾਂ ਨੂੰ ਭੁਲਾ ਦਿੱਤਾ ਹੈ, ਉਹਨਾਂ ਨੂੰ ਕਦੇ ਵੀ ਸ਼ਾਂਤੀ ਨਹੀਂ ਆਉਂਦੀ। ਮਹਿਲਾ ਪੰਜਵਾਂ, ਸਤਿਗੁਰ ਸਿਮਰਹੁ ਆਪਣਾ, ਘਟ ਅਵਘਟ ਘਟ ਘਾਟ। ਘਟ ਦਾ ਮਤਲਬ ਹਿਰਦੇ ਵਿੱਚ, ਤੇ ਅਵਘਟ ਦਾ ਮਤਲਬ ਵੀ ਹਿਰਦੇ ਵਿੱਚ ਹੀ ਹੈ। ਅਗਲੇ ਘਟ ਦਾ ਮਤਲਬ ਹੈ ਘਾਟੀ, ਅਗਲੇ ਘਾਟ ਦਾ ਮਤਲਬ ਹੈ ਘਟ, ਘਾਟ ਦਾ ਮਤਲਬ ਹੈ ਘਾਟੀ ਹੋਵੇ ਤੇ ਭਾਵੇਂ ਪੱਤਣ ਹੋਵੇ। ਘਾਟ ਦਾ ਮਤਲਬ ਪੱਤਣ, ਘਾਟ ਦਾ ਮਤਲਬ ਪੱਤਣ ਜੋ ਨਦੀ ਦਾ ਜਿੱਥੋਂ ਲੰਘੀਦਾ ਹੈ, ਤੇ ਘਾਟ ਦਾ ਮਤਲਬ ਹੁੰਦਾ ਹੈ ਘਾਟੀ, ਪਹਾੜ ਦੀ ਘਾਟੀ। ਜਿੱਥੋਂ ਪਹਾੜ ਦੇ ਉੱਤੇ ਨੂੰ ਚੜੀਦਾ ਨਾ, ਉਹਨੂੰ ਘਾਟੀ ਕਹਿੰਦੇ ਨੇ। ਜਿਵੇਂ ਦੋ ਪਹਾੜ ਨੇ ਤੇ ਪਹਾੜਾਂ ਦੇ ਵਿੱਚ ਵਾਲੀ ਜਗ੍ਹਾ ਨੂੰ ਘਾਟੀ ਕਹਿਣਗੇ, ਜਾਂ ਪਹਾੜ ਦੀ ਜਿੱਥੋਂ ਚੜਾਈ ਸ਼ੁਰੂ ਹੁੰਦੀ ਹੈ ਨਾ ਥੱਲੇ, ਉਹਨੂੰ ਘਾਟੀ ਕਹਿੰਦੇ ਨੇ। ਪਹਾੜ ਦੇ ਉੱਤੇ ਚੜਨਾ ਸ਼ੁਰੂ ਜਿੱਥੋਂ ਕਰਦੇ, ਤਾਂ ਗੁਰੂ ਜੀ ਕਹਿੰਦੇ ਨੇ ਆਪਣੇ ਗੁਰੂ ਨੂੰ ਆਪਣੇ ਹਿਰਦੇ ਵਿੱਚ ਉੱਠਦਿਆਂ ਬੈਠਦਿਆਂ ਹਰ ਥਾਂ ਤੇ ਚੇਤੇ ਰੱਖੋ, ਭਾਵੇਂ ਘਾਟੀ ਤੇ ਹੋ ਭਾਵੇਂ ਪੱਤਣ ਤੇ ਹੋ। ਇਹਦਾ ਮਤਲਬ ਕਿ ਹਰ ਥਾਂ ਤੇ ਘਾਟਾ ਵਕਟ ਦਾ ਮਤਲਬ ਆਪਣੇ ਹਿਰਦੇ ਵਿੱਚ, ਆਪਣੀ ਸੋਚ ਦੇ ਅੰਦਰ। ਆਪਣੇ ਗੁਰੂ ਨੂੰ ਆਪਣੀ ਸੋਚ ਅੰਦਰ ਹਰ ਥਾਂ ਤੇ ਹਰ ਸਮੇਂ ਯਾਦ ਰੱਖੋ। ਸਮਾਂ ਭਾਵੇਂ ਕੋਈ ਵੀ ਹੋਵੇ, ਅਸਥਾਨ ਭਾਵੇਂ ਕੋਈ ਵੀ ਹੋਵੇ, ਗੁਰੂ ਦੀ ਫਿਲਾਸਫੀ ਨੂੰ ਨਹੀਂ ਭੁੱਲਣਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਨਹੀਂ ਭੁੱਲਣਾ, ਉਹਨੂੰ ਅਸੀਂ ਫੋਲੋ ਕਰਨਾ ਹੈ। ਇਹ ਚੀਜ਼ ਨੂੰ ਹਮੇਸ਼ਾ ਯਾਦ ਰੱਖੋ। ਹਰ ਹਰ ਨਾਮ ਜਪੰਤਿਆਂ ਕੋਈ ਨਾ ਬੰਧ ਹੈ ਵਾਟ। ਨਾਮ ਜਪੰਤਿਆਂ ਦਾ ਮਤਲਬ ਸਿਫਤ ਸਲਾਹ ਕਰਦੇ ਆ, ਰੱਬੀ ਰਜਾ ਵਿੱਚ ਤੁਰਦੇ ਆ। ਕੋਈ ਦਾ ਮਤਲਬ ਕੋਈ ਵਿਕਾਰ, ਬੰਧੇ ਦਾ ਮਤਲਬ ਰੋਕ ਨਹੀਂ ਪਾ ਸਕਦਾ, ਰੁਕਾਵਟ ਨਹੀਂ ਪਾ ਸਕਦਾ। ਵਾਟ ਦਾ ਮਤਲਬ ਰਾਸਤਾ, ਜ਼ਿੰਦਗੀ ਦਾ ਰਾਸਤਾ। ਪ੍ਰਭੂ ਦੀ ਸਿਫਤ ਸਲਾਹ ਕਰਦੇ ਆ। ਕੋਈ ਵਿਕਾਰ ਤੁਹਾਡੇ ਆਤਮਿਕ ਜੀਵਨ ਵਿੱਚ ਰੋਕ ਨਹੀਂ ਪਾ ਸਕਦਾ, ਤੁਹਾਨੂੰ ਆਤਮਿਕ ਜੀਵਨ ਤੇ ਪਹੁੰਚਣ ਤੋਂ ਰੋਕ ਨਹੀਂ ਸਕਦਾ ਕੋਈ ਵਿਕਾਰ ਵੀ। ਜੇ ਤੁਸੀਂ ਗੁਣਾਂ ਦੇ ਧਾਰਨੀ ਹੋ, ਗੁਣਾਂ ਵਾਲੀ ਜ਼ਿੰਦਗੀ ਜੀ ਰਹੇ ਹੋ, ਤਾਂ ਕੋਈ ਵਿਕਾਰ ਤੁਹਾਨੂੰ ਇਨਸਾਨੀ ਜ਼ਿੰਦਗੀ ਜੀਣ ਤੋਂ ਰੋਕ ਨਹੀਂ ਪਾਏਗਾ। ਵਿਕਾਰ ਸਾਰੇ ਛੱਡ ਛੱਡ ਕੇ ਦੂਰ ਦੂਰ ਦੌੜਨਗੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਪੌੜੀ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ। ਤਿੱਥੇ ਦਾ ਮਤਲਬ ਉਸ ਥਾਂ, ਸਮਰੱਥ ਦਾ ਮਤਲਬ ਸਹਾਇਤਾ ਕਰਨ ਜੋਗਾ। ਜਿੱਥੇ ਹੋਰ ਕੋਈ ਜੀਵ ਸਹਾਇਤਾ ਕਰਨ ਜੋਗਾ ਨਹੀਂ, हे ਪ੍ਰਭੂ ਤੂੰ ਹੀ ਮਦਦ ਕਰਨ ਵਾਲਾ ਹੈ। ਜਿੱਥੇ ਕੋਈ ਸਹਾਇਤਾ ਕਰਨ ਵਾਲਾ ਨਹੀਂ, ਉੱਥੇ ਤੂੰ ਸਹਾਇਤਾ ਕਰਨ ਵਾਲਾ ਹੈ। ਇਹ ਚੀਜ਼ ਸਮਝਣ ਵਾਲੀ ਹੈ, ਕਿਉਂਕਿ ਰੱਬ ਹਰ ਥਾਂ ਤੇ ਹੈ ਔਰ ਉਹ ਤੁਹਾਡੇ ਅੰਦਰ ਵੀ ਹੈ। ਹੁਣ ਜਿੱਥੇ ਕੋਈ ਸਹਾਇਕ ਨਹੀਂ ਹੈ, ਤਾਂ ਉੱਥੇ ਕੌਣ ਸਹਾਇਕ ਹੋ ਸਕਦਾ ਹੈ? ਰੱਬੀ ਗੁਣ, ਰੱਬੀ ਰਜਾ ਔਰ ਤੁਹਾਡਾ ਆਪਣਾ ਆਪਾ। ਤੁਹਾਡੇ ਅੰਦਰ ਇਹ ਵਿਚਾਰ ਆ ਜਾਏ ਕਿ ਮੈਂ ਇਸ ਕੰਮ ਨੂੰ ਇਸ ਢੰਗ ਦੇ ਨਾਲ ਕਰ ਸਕਦਾ ਹਾਂ, ਤਾਂ ਉੱਥੇ ਤੁਹਾਡੀ ਸਹਾਇਤਾ ਰੱਬੀ ਰਜਾ ਕਰੇਗੀ। ਰੱਬੀ ਰਜਾ ਦੇ ਵਿੱਚ ਤੁਰ ਕੇ ਤੁਸੀਂ ਸਫਲ ਹੋ ਸਕਦੇ ਹੋ। ਜਿੱਥੇ ਕਿਤੇ ਔਖਿਆਈ ਆ ਬਣਦੀ ਹੈ, ਤਾਂ ਉੱਥੇ ਰੱਬੀ ਗੁਣ ਕੰਮ ਆਣਗੇ। ਸਚਾਈ ਹੈ, ਦਇਆ, ਧਰਮ, ਧੀਰਜ ਹੈ, ਉਦਮ ਹੈ, ਵਿਲ ਪਾਵਰ ਹੈ, ਪੋਜ਼ਿਟਿਵਿਟੀ ਹੈ ਔਰ ਰੱਬੀ ਰਜਾ ਨੂੰ ਫੋਲੋ ਕਰਨਾ ਹੈ। ਉੱਥੇ ਤੁਹਾਨੂੰ ਉਹ ਚੀਜ਼ ਕਾਮਯਾਬ ਕਰੇਗੀ। ਜਿੱਥੇ ਕੋਈ ਸਹਾਇਕ ਨਹੀਂ, ਉੱਥੇ ਰੱਬੀ ਰਜਾ ਜੋ ਸਿਸਟਮ ਹੈ, ਉਹ ਚੀਜ਼ ਤੁਹਾਡੀ ਸਹਾਇਤਾ ਕਰੇਗੀ ਕਿ ਉੱਥੇ ਰਿਕੁਆਇਰਮੈਂਟ ਕੀ ਹੈ। ਉਹ ਰਿਕੁਆਇਰਮੈਂਟ ਪੂਰੀ ਕਰੋ, ਤੁਸੀਂ ਸਫਲ ਹੋ ਜਾਓਗੇ। ਤੇ ਜੇ ਤੁਸੀਂ ਉਹ ਰਿਕੁਆਇਰਮੈਂਟ ਪੂਰੀ ਨਹੀਂ ਕਰ ਪਾਉਂਦੇ, ਤਾਂ ਫਿਰ ਤਾਂ ਅਸਫਲ ਹੀ ਹੈ। ਭਾਵੇਂ ਤੁਹਾਡੇ ਚਾਰ ਚੁਫੇਰੇ ਜਿੰਨੀ ਮਰਜ਼ੀ ਭੀੜ ਹੋਵੇ, ਫਿਰ ਉੱਥੇ ਕੋਈ ਕਾਮਯਾਬ ਨਹੀਂ ਹੋ ਸਕਦਾ ਨਾ। ਇਸ ਲਈ ਹਰ ਥਾਂ ਦੇ ਉੱਤੇ ਰੱਬੀ ਰਜ਼ਾ ਅਨੁਸਾਰ ਹੀ ਕਾਮਯਾਬ ਹੋਇਆ ਜਾ ਸਕਦਾ ਹੈ। ਰੱਬੀ ਗੁਣ ਹੀ ਸਾਡੇ ਜੀਵਨ ਦਾ ਸਹਾਰਾ ਨੇ। ਅਗਲਾ ਬਚਨ, ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਰੱਖ ਦਾ ਮਤਲਬ ਰੱਖਿਆ, ਆਸਰਾ। ਅਗਨੀ ਉਦਰ ਦਾ ਮਤਲਬ ਮਾਂ ਦੇ ਪੇਟ ਦੀ ਅੱਗ। ਮਾਂ ਦੇ ਪੇਟ ਦੀ ਅੱਗ ਵਿੱਚ ਤੇਰਾ ਹੀ ਸਹਾਰਾ ਹੁੰਦਾ ਹੈ। ਹੁਣ ਮਾਂ ਦੇ ਪੇਟ ਦੀ ਅੱਗ ਵਿੱਚ ਰੱਬ ਦਾ ਸਹਾਰਾ
ਤਾਂ ਸਿਸਟਮ ਹੈ ਨਾ ਰੱਬ ਦਾ, ਰਜ਼ਾ ਹੈ ਨਾ, ਇੱਕ ਸਿਸਟਮ ਹੈ। ਉਹ ਸਿਸਟਮ ਦੇ ਅੰਦਰ ਹੀ ਬੱਚਾ ਮਾਂ ਦੇ ਪੇਟ ਦੇ ਅੰਦਰ ਨਿੰਮਦਾ, ਵੱਧਦਾ, ਪਲਦਾ ਔਰ ਆਖਿਰ ਜੰਮਦਾ। ਛੋਟੇ ਤੋਂ ਬੱਚਾ ਤੇ ਬੱਚੇ ਤੋਂ ਜਵਾਨ ਤੇ ਜਵਾਨ ਤੋਂ ਬੁੱਢਾ ਹੁੰਦਾ। ਉਹਦਾ ਨਿਕਾਸ, ਵਿਕਾਸ ਔਰ ਵਿਨਾਸ਼ ਸਾਰਾ ਕੁਝ ਹੋ ਰਿਹਾ ਹੈ ਨਾ। ਤਾਂ ਮਾਂ ਦੇ ਪੇਟ ਦੀ ਅੱਗ ਵਿੱਚ ਵੀ ਮਾਲਕ ਤੇਰਾ ਹੀ ਸਹਾਰਾ ਹੈ, ਤੇਰੀ ਰਜ਼ਾ ਵਿੱਚ ਹੀ ਬੱਚਾ ਵੱਧਦਾ ਫੁੱਲਦਾ ਹੈ। ਜਿਵੇਂ ਮਾਂ ਦੇ ਗਰਭ ਵਿੱਚ ਅਗਨ ਹੈ, ਸੇਕ ਹੈ, ਉੱਥੇ ਬੱਚਾ ਵੱਧਦਾ ਪਲਦਾ ਹੈ। ਤਾਂ ਇਹ ਜਿਹੜੇ ਦੁਨੀਆ ਵਿੱਚ ਵਿਕਾਰ ਨੇ, ਕਾਮ, ਕ੍ਰੋਧ ਆਦਿਕ ਵਿਸ਼ੇ ਵਿਕਾਰਾਂ ਦੀ ਅੱਗ ਹੈ, ਇੱਥੇ ਵੀ ਰੱਬ ਦਾ ਨਾਮ, ਰੱਬ ਦੇ ਗੁਣ, ਰੱਬ ਦੀ ਰਜ਼ਾ, ਰੱਬ ਦਾ ਭਾਣਾ ਹੀ ਸਹਾਰਾ ਹੈ। ਜਿਹੜਾ ਰੱਬੀ ਗੁਣਾਂ ਦਾ ਸਹਾਰਾ ਲਏਗਾ ਉਹਨੂੰ ਵਿਕਾਰਾਂ ਦੀ ਅੱਗ ਨਹੀਂ ਜਲਾਏਗੀ। ਜਿਹੜਾ ਸੱਚ ਦੇ ਨਾਲ ਜੁੜੇਗਾ ਉਹ ਝੂਠ ਦੀ ਅੱਗ ਵਿੱਚ ਨਹੀਂ ਸੜੇਗਾ। ਜਿਹਦੇ ਅੰਦਰ ਪ੍ਰੇਮ ਹੋਵੇਗਾ ਉਹ ਈਰਖਾ ਦੀ ਅੱਗ ਵਿੱਚ ਨਹੀਂ ਬਲੇਗਾ। ਜਿਹਦੇ ਅੰਦਰ ਨਿਮਰਤਾ ਹੋਏਗੀ ਵਿਕਾਰਾਂ ਦੀ, ਹੰਕਾਰ ਦੀ ਅੱਗ ਉਹਨੂੰ ਨਹੀਂ ਸਾੜ ਸਕੇਗੀ। ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ। ਨਾਏ ਤੇਰੇ ਦਾ ਮਤਲਬ ਤੇਰੇ ਹੁਕਮ ਦੇ ਅੰਦਰ ਤੇਰੇ ਗੁਣਾਂ ਨੂੰ ਵੇਖ ਕੇ ਛੱਡ ਜਾਹੇ ਦਾ ਮਤਲਬ ਛੱਡ ਜਾਂਦੇ ਨੇ। ਜਮ ਕੇ ਦੂਤ ਦਾ ਮਤਲਬ ਮੌਤ ਦੇ ਦੂਤ। हे प्रभु, तेरी सिफत सलाह सुन के जो आत्मक मौत लियाण वाले विकारां दे दूत ने ਉਹ ਛੱਡ ਕੇ ਚਲੇ ਜਾਂਦੇ ਨੇ। ਇੱਥੇ ਦੂਤ ਦਾ ਮਤਲਬ ਉਹ ਦੂਤ ਨਹੀਂ ਕਿ ਜਿਹੜੇ ਜਮਾਂ ਦੇ ਉੱਤੇ ਝੋਟਿਆਂ ਤੇ ਚੜ ਕੇ ਆਉਂਦੇ ਨੇ, ਇੱਥੇ ਉਹਨਾਂ ਦੂਤਾਂ ਦੀ ਗੱਲ ਨਹੀਂ ਹੈ। ਇੱਥੇ ਦੂਤ ਨੇ ਕਾਮ, ਕ੍ਰੋਧ, ਲੋਭ ਆਦਿਕ, ਕਿਉਂਕਿ ਇਹ ਸਾਡੀ ਜ਼ਮੀਰ ਨੂੰ ਮਾਰਦੇ ਨੇ। ਇਹਨਾਂ ਕਰਕੇ ਸਾਡੀ ਆਤਮਕ ਮੌਤ ਹੁੰਦੀ ਹੈ। ਤੇ ਜਿੱਥੇ ਰੱਬੀ ਗੁਣ ਵਸਦੇ ਨੇ, ਜਿਸ ਸੋਚ ਦੇ ਅੰਦਰ, ਜਿਹਦੇ ਬੋਲਾਂ ਵਿੱਚ ਰੱਬੀ ਗੁਣ ਨੇ, ਜਿਸ ਦੇ ਬਿਹੇਵੀਅਰ ਵਿੱਚ ਰੱਬੀ ਗੁਣ ਨੇ, ਰੱਬੀ ਗੁਣਾਂ ਨੂੰ ਵੇਖ ਕੇ ਜਿਹੜੇ ਆਤਮਕ ਮੌਤ ਲਿਆਉਣ ਵਾਲੇ ਦੂਤ ਨੇ, ਜੰਮਦੇ ਦੂਤ ਦਾ ਮਤਲਬ ਆਤਮਕ ਮੌਤ ਦੇ ਦੂਤ ਜਿਹੜੇ ਕਾਮ, ਕ੍ਰੋਧ ਆਦਿਕ ਨੇ, ਉਹ ਛੱਡ ਕੇ ਚਲੇ ਜਾਂਦੇ ਨੇ। ਉਹ ਇਨਸਾਨ ਕਦੇ ਆਤਮਕ ਮੌਤ ਤੇ ਨਹੀਂ ਮਰਦਾ, ਉਹਦੀ ਆਤਮਕ ਮੌਤ ਨਹੀਂ ਹੁੰਦੀ। ਭੌਜਲ ਬਿਖਮ ਅਸਗਾ ਗੁਰ ਸ਼ਬਦੀ ਪਾਰ ਪਾਹੇ। ਬਿਖਮ ਦਾ ਮਤਲਬ ਔਖਾ, ਬਿਖਮ ਦਾ ਮਤਲਬ ਔਖਾ। ਅਸਕਾ ਦਾ ਮਤਲਬ ਬਹੁਤ ਡੂੰਘਾ, ਜਿਹਦੀ ਥਾਂ ਨਾ ਪੈ ਸਕੇ, ਜਿਹਦਾ ਇਹ ਨਾ ਪਤਾ ਲੱਗੇ ਕਿ ਕਿੰਨਾ ਕੁ ਡੂੰਘਾ ਹੈ। ਪਾਰ ਪਾਹੇ ਦਾ ਮਤਲਬ ਪਾਰ ਲੰਘ ਜਾਂਦੇ ਨੇ। ਇਸ ਔਖੇ ਅਥਾਹ ਸੰਸਾਰ ਸਮੁੰਦਰ ਨੂੰ ਗੁਰੂ ਦੇ ਸ਼ਬਦ ਰਾਹੀਂ ਜਿਹੜੇ ਜੀਵ ਨੇ ਉਹ ਪਾਰ ਲੰਘ ਜਾਂਦੇ ਨੇ, ਪਾਰ ਕਰ ਜਾਂਦੇ। ਜਿਹੜਾ ਅਸਗਾ ਸਮੁੰਦਰ ਹੈ, ਬਿਖਮ ਜਿਹਨੂੰ ਤਰਨਾ ਔਖਾ ਹੈ, ਜਿਹਦੀ ਡੂੰਘਾਈ ਦਾ ਹੀ ਨਹੀਂ ਪਤਾ, ਗੁਰੂ ਦੇ ਸ਼ਬਦ ਦਾ ਮਤਲਬ ਗੁਰੂ ਦਾ ਗਿਆਨ, ਗੁਰੂ ਦਾ ਦਿੱਤਾ ਵੇ ਆਫ ਲਾਈਫ। ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ, ਗੁਰੂ ਦੀ ਵਿਚਾਰਧਾਰਾ ਨੂੰ ਅਪਣਾ ਕੇ ਜੀਵ ਇਸ ਸੰਸਾਰ ਸਮੁੰਦਰ ਚੋਂ ਪਾਰ ਲੰਘ ਜਾਂਦੇ ਨੇ। ਹੁਣ ਸੰਸਾਰ ਸਮੁੰਦਰ ਕਿੱਥੇ ਹੈ? ਵਿਕਾਰਾਂ ਦਾ ਅਸਗਾ ਸਾਗਰ ਕਿੱਥੇ ਹੈ? ਮਨੁੱਖ ਦੀ ਸੋਚ ਅੰਦਰ ਹੈ। ਸੋਚ ਦੇ ਅੰਦਰ ਹੁਣ ਜਿੰਨਾ ਵੀ ਕ੍ਰੋਧ ਹੈ ਜਾਂ ਅਸੀਂ ਝੂਠ ਬੋਲਦੇ ਹਾਂ, ਤਾਂ ਝੂਠ ਬਾਹਰੋਂ ਥੋੜੀ ਆਉਂਦਾ ਹੈ। ਝੂਠ ਸਾਡੇ ਅੰਦਰੋਂ ਪ੍ਰਗਟ ਹੋਇਆ ਹੈ, ਬਿਨਾਂ ਸ਼ੱਕ ਤੋਂ ਕਿ ਅਸੀਂ ਝੂਠ ਬਾਹਰੋਂ ਵੇਖ ਵੇਖ ਕੇ ਬੋਲਣਾ ਸਿੱਖਿਆ ਹੈ, ਲੇਕਿਨ ਸਾਨੂੰ ਸੱਚ ਦਾ ਪਤਾ ਹੁੰਦਾ ਹੈ ਤਾਂ ਝੂਠ ਸਾਡੇ ਅੰਦਰੋਂ ਫੁੱਟਦਾ ਹੈ। ਈਰਖਾ ਸਾਡੇ ਅੰਦਰੋਂ ਫੁੱਟਦੀ ਹੈ ਦੂਜੇ ਵਾਸਤੇ। ਅਸੀਂ ਇੱਕ ਦੂਜੇ ਵਾਸਤੇ ਜਦੋਂ ਸੜਦੇ ਹਾਂ ਵੇਖ ਵੇਖ ਕੇ, ਤਾਂ ਈਰਖਾ ਸਾਡੇ ਅੰਦਰੋਂ ਆ ਰਹੀ ਹੈ ਨਾ। ਅਹੰਕਾਰ ਜਦੋਂ ਕਰਕੇ ਦੂਜਿਆਂ ਨੂੰ ਨੀਵਾਂ ਦਿਖਾ ਰਿਹਾ, ਤਾਂ ਅਹੰਕਾਰ ਦੇ ਭਾਂਬੜ ਸਾਡੇ ਅੰਦਰ ਬਲੇ ਹੋਏ ਨੇ ਨਾ, ਹਰ ਇੱਕ ਦੀ ਸੋਚ ਅੰਦਰ। ਤਾਂ ਇਹ ਜੋ ਸੋਚ ਹੈ ਨਾ ਮਾੜੀ, ਵਿਕਾਰਾਂ ਵਾਲੀ, ਇਹਦਾ ਪਤਾ ਹੀ ਨਹੀਂ ਕਿ ਕਿੰਨੀ ਡੂੰਘੀ ਹੈ, ਕਿੰਨਾ ਗਲਤ ਬੰਦਾ ਕਰ ਸਕਦਾ ਹੈ, ਇਹਦਾ ਕੋਈ ਅੰਦਾਜ਼ਾ ਲਾਇਆ ਜਾ ਸਕਦਾ ਹੈ। ਆ ਦੇਖੋ ਹੀਰੋਸ਼ੀਮਾ, ਨਾਗਾਸਾਕੀ ਸ਼ਹਿਰਾਂ ਤੇ ਕੀਤੇ ਹੋਏ ਬੰਬ ਧਮਾਕੇ, ਕਿੰਨੀ ਜਨਤਾ ਜਿਹੜੀ ਹੈ ਕਿਵੇਂ ਤਬਾਹ ਹੋਈ ਹੋਏਗੀ। ਚੈਂਬਰਾਂ ਵਿੱਚ ਪਾ ਪਾ ਕੇ ਲੋਕਾਂ ਨੂੰ ਸਾੜਨਾ ਜਾਂ ਹੋਰ ਮਤਲਬ ਕਿਸ ਢੰਗ ਦੇ ਨਾਲ, ਕਿੰਨੀ ਨੀਵੀਂ ਸੋਚ ਬੰਦੇ ਦੀ ਹੋ ਸਕਦੀ ਕਿ ਬੰਦੇ ਨੂੰ ਆਰਿਆਂ ਦੇ ਨਾਲ ਚੀਰਨਾ, ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿਣਨਾ, ਮਾਵਾਂ ਦੇ ਬੱਚਿਆਂ ਦੇ, ਮਾਸੂਮ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਗਲਿਆਂ ਵਿੱਚ ਹਾਰ ਪਾ ਦੇਣੇ, ਕਿਸੇ ਦੇ ਬੱਚੇ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾਉਣਾ। ਕਿੰਨੀ ਨੀਵੀਂ ਸੋਚ ਹੋ ਸਕਦੀ ਨਾ ਬੰਦੇ, ਇਹ 'ਚ ਤਰਨਾ ਕੋਈ ਪਤਾ ਨਹੀਂ ਕਿ ਬੰਦਾ ਕਿੰਨਾ ਨੀਵੇਂ ਤੋਂ ਨੀਵਾਂ ਗਿਰ ਸਕਦਾ ਹੈ। ਅੱਜ ਵੀ ਅਸੀਂ ਦੇਖਦੇ ਹਾਂ
ਕਿ ਆ ਜਿਹੜੇ ਕੈਮੀਕਲਾਂ ਦੇ ਨਾਲ ਦੁੱਧ ਬਣਾ ਕੇ ਵੇਚ ਰਹੇ ਨੇ, ਕਿੰਨੀ ਘਟੀਆ ਸੋਚ ਹੈ। ਦਵਾਈਆਂ ਡੁਪਲੀਕੇਟ, ਕਿੰਨੀ ਘਟੀਆ ਸੋਚ ਹੈ। ਰਿਸ਼ਵਤਖੋਰੀ, ਚੋਰ ਬਜ਼ਾਰੀ, ਇਹ ਹੀ ਭੌਜਲ ਬਿਖ ਮਸਕਾਹ ਸੋਚ। ਗੁਰੂ ਜੀ ਕਹਿੰਦੇ ਨੇ ਇਸ ਸੋਚ ਤੋਂ ਪਾਰ ਲੰਘਿਆ ਜਾ ਸਕਦਾ ਹੈ ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਗਿਆਨ ਰਾਹੀਂ। ਜੇ ਅਸੀਂ ਗੁਰੂ ਦੇ ਗਿਆਨ ਨੂੰ ਇੰਪਲੀਮੈਂਟ ਕਰੀਏ ਤਾਂ ਇਸ ਬਿਖਮ ਔਖੇ ਤਰੇ ਜਾਣ ਵਾਲੇ ਸੰਸਾਰ ਸਾਗਰ ਨੂੰ, ਇਸ ਸੋਚ ਨੂੰ ਸੌਖਿਆਂ ਤਰਿਆ ਜਾ ਸਕਦਾ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਸੇ ਦਾ ਮਤਲਬ ਉਹੀ ਬੰਦੇ, ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ ਦੇਣ ਵਾਲੀ ਖੁਰਾਕ, ਖਾਹੇ ਦਾ ਮਤਲਬ ਖਾਂਦੇ ਨੇ, ਛਕਦੇ ਨੇ। ਪਰ ਉਹੀ ਬੰਦੇ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਖਾਂਦੇ ਨੇ ਜਿਨ੍ਹਾਂ ਦੇ ਅੰਦਰ ਇਹਦੀ ਭੁੱਖ ਜਾਂ ਪਿਆਸ ਪੈਦਾ ਹੁੰਦੀ ਹੈ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ। ਹੁਣ ਦੇਖੋ, ਗੱਲ ਹੋ ਰਹੀ ਹੈ ਖਾਣ ਦੀ, ਲੱਗੀ ਹੈ ਪਿਆਸ। ਹਾਲਾਂਕਿ ਪਿਆਸ ਲੱਗੀ ਹੋਵੇ ਤੇ ਕੋਈ ਚੀਜ਼ ਪੀਵੀ ਦੀ ਹੈ, ਤੇ ਦੂਜੀ ਗੱਲ ਹੈ ਕਿ ਅੰਮ੍ਰਿਤ ਪੀਣ ਵਾਲੀ ਚੀਜ਼ ਹੈ, ਖਾਣ ਵਾਲੀ ਨਹੀਂ ਹੈ। ਇਸ ਲਈ ਨਾ ਚੀਜ਼ ਨੂੰ ਸਮਝਣਾ ਹੈ। ਜਿਨ ਕੋ ਲੱਗੀ ਪਿਆਸ ਦਾ ਮਤਲਬ ਜਿਨ੍ਹਾਂ ਦੇ ਅੰਦਰ ਤਾਂਘ ਪੈਦਾ ਹੁੰਦੀ ਹੈ, ਆਤਮਿਕ ਜੀਵਨ ਜੀਣ ਦੀ ਤਾਂਘ ਪੈਦਾ ਹੋਵੇ, ਲਾਲਸਾ ਪੈਦਾ ਹੋਵੇ। ਜੇ ਅੰਦਰ ਤਾਂਘ ਹੀ ਨਹੀਂ ਹੈ, ਚੰਗਾ ਜੀਵਨ ਜੀਣ ਦੀ, ਆਤਮਿਕ ਜ਼ਿੰਦਗੀ ਜੀਣ ਦੀ ਤਾਂਘ ਹੀ ਨਹੀਂ ਹੈ, ਤਾਂ ਉਹ ਗੁਣਾਂ ਦਾ ਧਾਰਨੀ ਥੋੜਾ ਹੋਵੇਗਾ। ਪਾਰ ਤੇ ਉਹੀ ਲੰਘੇਗਾ ਨਾ ਜਿਹਨੂੰ ਪਾਰ ਉਤਰਨ ਦੀ ਤਾਂਘ ਹੈ। ਤੇ ਜਿਹੜਾ ਗਿਆ ਹੀ ਡੁੱਬਣ ਵਾਸਤੇ ਹੋਵੇ ਕਿ ਮੈਂ ਤੇ ਸਮੁੰਦਰ ਵਿੱਚ ਛਾਲ ਮਾਰ ਕੇ ਮਰਨਾ ਹੈ, ਖੂਹ ਵਿੱਚ ਮੈਂ ਡੁੱਬਣਾ ਹੈ, ਜਿਹੜਾ ਗਿਆ ਹੀ ਡੁੱਬਣ ਵਾਸਤੇ ਹੈ, ਹੀ ਨਹੀਂ ਹੈ, ਤਾਂ ਉਹ ਕਿਵੇਂ ਤਾਂਘ ਪੈਦਾ ਹੋ ਜਾਏ। ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਜੇ ਸਾਡੇ ਜੀਵਨ ਦੇ ਅੰਦਰ ਕਿਤੇ ਕਮੀਆਂ ਨੇ, ਦੋਸ਼ ਨੇ, ਤਾਂ ਸਭ ਤੋਂ ਪਹਿਲਾਂ ਸਾਨੂੰ ਤਾਂਘ ਪੈਦਾ ਕਰਨੀ ਚਾਹੀਦੀ ਹੈ ਕਿ ਮੈਂ ਚੰਗੀ ਜ਼ਿੰਦਗੀ ਜੀਣੀ ਹੈ। ਲਗਨ, ਜਿਨ੍ਹਾਂ ਦੇ ਅੰਦਰ ਲਗਨ ਹੈ, ਅੰਮ੍ਰਿਤ ਸੇ ਹੀ ਖਾਹੇ, ਫਿਰ ਉਹ ਇਸ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਨੂੰ ਖਾਂਦੇ ਨੇ, ਭਾਵ ਉਹਨੂੰ ਵਰਤਦੇ ਨੇ, ਉਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ। ਕਿਉਂਕਿ ਆਤਮਿਕ ਜੀਵਨ ਦੇਣ ਵਾਲੀ ਜੋ ਖੁਰਾਕ ਹੈ ਉਹ ਸਤ ਸੰਤੋਖ ਦਇਆ ਧਰਮ ਹੈ। ਤੇ ਸਤ ਸੰਤੋਖ ਦਇਆ ਧਰਮ ਨੂੰ ਖਾਣ ਦਾ ਮਤਲਬ ਹੈ ਕਿ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਵਰਤੋਂ ਵਿੱਚ ਲਿਆਣਾ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲ ਦਾ ਮਤਲਬ ਇੱਥੇ ਹੈ ਸੰਸਾਰ, ਪੁੰਨ ਦਾ ਮਤਲਬ ਨੇਕੀ, ਗੁਣ ਗੋਬਿੰਦ ਗਾਹੇ, ਗੋਬਿੰਦ ਦੇ ਗੁਣ ਗਾਣੇ। ਤਾਂ ਗੁਰੂ ਜੀ ਕਹਿੰਦੇ ਨੇ ਸੰਸਾਰ ਦੇ ਅੰਦਰ ਜੇ ਕੋਈ ਨੇਕ ਕੰਮ ਹੈ, ਪੁੰਨ ਜਿਹਨੂੰ ਅਸੀਂ ਕਹਿੰਦੇ ਆ ਕਿ ਫਲਾਣਾ ਕੰਮ ਬੜਾ ਪੁੰਨ ਦਾ ਕੰਮ ਹੈ, ਕਿ ਉਹ ਕੀੜੀਆਂ ਦੀਆਂ ਖੁੱਡਾਂ ਦੇ ਉੱਤੇ ਆਟਾ ਪਾ ਕੇ ਆਉਂਦਾ ਹੈ, ਜਾਂ ਉਹ ਕਬੂਤਰਾਂ ਨੂੰ ਦਾਣੇ ਪਾ ਕੇ ਆਉਂਦਾ ਹੈ, ਲੋਕ ਨੇਕ ਕੰਮ ਕਰਦੇ ਨੇ ਨਾ। ਤਾਂ ਗੱਲ ਇੱਥੇ ਨੇਕ ਕੰਮਾਂ ਦੇ ਉਲਟ ਨਹੀਂ ਬੋਲਿਆ ਜਾ ਰਿਹਾ, ਹੈ ਧਿਆਨ ਦੇਣ ਵਾਲੀ ਗੱਲ ਹੈ। ਨੇਕ ਕੰਮ ਤੇ ਬਾਹਰੀ ਤੌਰ ਤੇ ਮਲਕ ਭਾਗੋ ਵੀ ਕਰਦਾ ਸੀ ਨਾ, ਕਿੰਨਾ ਨੇਕ ਕੰਮ ਸੀ ਕਿ ਦੇਸੀ ਘਿਓ ਦੇ ਪੂੜੇ ਕੱਢ ਕੇ, ਦੇਸੀ ਘਿਓ ਵਿੱਚ ਪੂੜੇ ਤਲ ਕੇ, ਖੀਰ ਬਣਾ ਕੇ, ਬਦਾਮ ਕਾਜੂ ਵਿੱਚ ਪਾ ਕੇ, ਦਹੀਂ ਭੱਲੇ ਤੇ ਹੋਰ ਕਈ ਤਰ੍ਹਾਂ ਦੇ ਪਕਵਾਨ ਬਣਾ ਕੇ ਸਵਾਦਿਸ਼ਟ, ਤੇ ਗਰੀਬ ਲੋਕਾਂ ਨੂੰ ਛਕਾਣਾ। ਜਿਨ੍ਹਾਂ ਵਿਚਾਰਿਆਂ ਨੇ ਕਦੀ ਰੋਟੀ ਨਹੀਂ ਸੀ ਖਾਧੀ, ਉਹਨਾਂ ਨੂੰ ਦਹੀਂ ਭੱਲੇ ਮਿਲ ਜਾਣ, ਉਹਨਾਂ ਨੂੰ ਦੇਸੀ ਘਿਓ ਦੇ ਪੂੜੇ ਮਿਲ ਜਾਣ, ਜਲੇਬੀਆਂ ਮਿਲ ਜਾਣ, ਖੀਰ ਮਿਲ ਜਾਏ, ਕੜਾਹ ਮਿਲ ਜਾਏ, ਉਹਨਾਂ ਨੂੰ ਹੋਰ ਕੀ ਚਾਹੀਦਾ। ਉਹ ਤੇ ਕਹਿੰਦੇ ਹੋਣਗੇ ਵੀ ਬੜਾ ਨੇਕ ਕੰਮ ਹੈ, ਪਰ ਇਹ ਨੇਕ ਕੰਮ ਨਹੀਂ ਸੀ। ਰੀਜਨ ਕਿ ਕਮਾਈ ਬੜੀ ਗਲਤ ਹੈ, ਜਨਤਾ ਦਾ ਖੂਨ ਚੂਸਿਆ ਹੋਇਆ ਹੈ, ਤੇ ਜਨਤਾ ਦਾ ਖੂਨ ਚੂਸ ਕੇ ਤੇ ਉਹਨਾਂ ਲੋਕਾਂ ਨੂੰ ਥੋੜਿਆਂ ਬਾਤਿਆਂ ਨੂੰ ਰੋਟੀ ਖਵਾ ਦੇਣੀ, ਇਹ ਕੋਈ ਨੇਕ ਕੰਮ ਨਹੀਂ ਹੈ। ਇੱਕ ਬੰਦੇ ਨੇ ਨਾ ਐਲਾਨ ਕੀਤਾ ਭੇਡਾਂ ਨੂੰ ਕਿ ਅੱਗੋਂ ਸਰਦੀ ਆ ਰਹੀ ਹੈ, ਤੇ ਸਰਦੀ ਦੇ ਅੰਦਰ ਤੁਹਾਨੂੰ ਇੱਕ ਇੱਕ ਕੰਬਲ ਦਿੱਤਾ ਜਾਏਗਾ ਕਿ ਮੈਨੂੰ ਵੋਟਾਂ ਪਾ ਕੇ ਜਿਤਾਓ, ਤੁਹਾਨੂੰ ਸਰਦੀ ਦੇ ਵਿੱਚ ਕੰਬਲ ਦਿੱਤਾ ਜਾਏਗਾ। ਭੇਡਾਂ ਨੇ ਵੋਟਾਂ ਪਾ ਦਿੱਤੀਆਂ, ਤੇ ਇੱਕ ਭੇਡ ਨੇ ਦੂਜੀਆਂ ਤੋਂ ਪੁੱਛਿਆ ਵੀ ਕੰਬਲ ਲੈਣ ਵਾਸਤੇ ਵੋਟਾਂ ਤੇ ਪਾ ਰਹੀ ਹੋ, ਤੇ ਉੱਨ ਕਿੱਥੋਂ ਆਉਣੀ ਹੈ, ਉੱਨ ਕਿੱਥੋਂ ਆਉਣੀ ਹੈ। ਤਾਂ ਉਹਨਾਂ ਭੇਡਾਂ ਦੀ ਉੱਨ ਮੁੰਨ ਕੇ ਹੀ ਕੰਬਲ ਬਣਾਉਣਾ ਹੈ ਨਾ, ਤਾਂ ਉਹ ਕੋਈ ਨੇਕ ਕੰਮ ਥੋੜੀ ਵੀ ਉਹਨਾਂ ਦੀ ਉੱਨ ਮੁੰਨ ਕੇ ਤੇ ਉਹਨਾਂ ਨੂੰ ਕੰਬਲ ਦੇ ਦਿਓ। ਤਾਂ ਗੱਲ ਹੈਗੀ ਨੇਕ ਕਰਮ ਕਰਨ ਦੀ, ਕਿ ਨੇਕ ਕੰਮ ਕੀ ਹੈ, ਪੁੰਨ ਦਾ ਕੰਮ ਕੀ ਹੈ ਸੰਸਾਰ ਦੇ ਅੰਦਰ। ਗੁਰੂ ਜੀ ਕਹਿੰਦੇ ਨੇ ਸਭ ਤੋਂ ਵੱਡਾ ਨੇਕੀ ਦਾ ਕੰਮ ਇਹ ਹੈ ਗੋਬਿੰਦ ਦੇ ਗੁਣ ਗਾਣੇ, ਗੋਬਿੰਦ ਦੇ ਗੁਣਾਂ ਦੇ ਧਾਰਨੀ ਹੋਣਾ। ਸਤ ਸੰਤੋਖ ਦਇਆ ਧਰਮ ਨੂੰ ਮਨ ਬਚਨ ਕਰਮ ਕਰਕੇ ਇੰਪਲੀਮੈਂਟ ਕਰਨਾ,
ਇਹ ਦੁਨੀਆ ਦੇ ਅੰਦਰ ਸਭ ਤੋਂ ਨੇਕੀ ਦਾ ਕੰਮ, ਕਿਉਂਕਿ ਜਦੋਂ ਇਹ ਗੁਨਾਹ ਦੇ ਧਾਰਨੀ ਹੋ ਜਾਓਗੇ ਤੇ ਜੋ ਵੀ ਕਰੋਗੇ ਉਹ ਕੰਮ ਨੇਕ ਹੀ ਹੋਏਗਾ। ਫਿਰ ਤੁਸੀਂ ਲੋਕਾਂ ਦੀ ਹੈਲਪ ਵੀ ਕਰੋਗੇ, ਫਿਰ ਕਿਸੇ ਦੀਆਂ ਰਾਹਾਂ ਵਿੱਚ ਲੱਤਾਂ ਵੀ ਨਹੀਂ ਅੜਾਓਗੇ, ਕਿਸੇ ਦਾ ਹੱਕ ਵੀ ਨਹੀਂ ਖਾਓਗੇ, ਕਿਰਤ ਵੀ ਇਮਾਨਦਾਰੀ ਦੀ ਕਰੋਗੇ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਵੀ ਪੂਰੀਆਂ ਕਰੋਗੇ। ਤਾਂ ਇਸ ਲਈ ਇਸ ਜਗਤ ਦੇ ਅੰਦਰ ਨੇਕੀ ਦਾ ਜੇ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਗੁਨਾਹ ਦੇ ਧਾਰਨੀ ਹੋਵੋ। ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹੇ ਸਾਹੇ। ਸਭ ਸਹਿ ਨੂੰ ਮਤਲਬ ਹਰੇਕ ਜੀਵ ਨੂੰ, ਸਾਹੇ ਦਾ ਮਤਲਬ ਹਰੇਕ ਸਵਾਸ ਵਿੱਚ। ਕਿਰਪਾਲ ਪ੍ਰਭੂ ਹਰੇਕ ਜੀਵ ਦੀ ਸਵਾਸ ਸੰਭਾਲ ਕਰਦਾ ਹੈ। ਸਭ ਸਹਿ ਨੂੰ ਕਿਰਪਾਲ, ਸਾਰਿਆਂ ਤੇ ਕਿਰਪਾ ਕਰ ਰਿਹਾ ਹੈ, ਹਰ ਸਵਾਸ ਦੇ ਨਾਲ ਹਰ ਇੱਕ ਦੀ ਪਾਲਣਾ ਕਰ ਰਿਹਾ ਹੈ। ਔਰ ਹਕੀਕਤ ਹੈ, ਸਾਡੀ ਹਰ ਸਵਾਸ ਨਾਲ ਪਾਲਣਾ ਹੋ ਰਹੀ ਹੈ ਨਾ, ਰੱਬ ਕਰ ਰਿਹਾ ਹੈ। ਅਦਿਸ ਦਾ ਸਾਰਾ ਜਗਤ ਰੱਬ ਹੀ ਹੈ ਨਾ। ਹੁਣ ਤੁਸੀਂ ਕਹੋਗੇ ਵੀ ਰੱਬ ਕਿਵੇਂ ਪਾਲਣਾ ਕਰ ਰਿਹਾ, ਤਾਂ ਸਵਾਸ ਸਾਨੂੰ ਆ ਰਿਹਾ ਨਾ। ਜੇ ਇਸ ਵਾਯੂਮੰਡਲ ਚੋਂ ਆਕਸੀਜਨ ਖਤਮ ਹੋ ਜਾਏ ਤਾਂ ਕੀ ਕੋਈ ਬੰਦਾ ਜਿੰਦਾ ਰਹਿ ਸਕੇਗਾ? ਜੇ ਇਸ ਧਰਤੀ ਦੇ ਵਿੱਚੋਂ ਉਪਜਾਊ ਸ਼ਕਤੀ ਖਤਮ ਹੋ ਜਾਏ ਤਾਂ ਕੀ ਇੱਥੇ ਕੋਈ ਵਨਸਪਤੀ ਜਾਂ ਕੋਈ ਅਨਾਜ ਪੈਦਾ ਹੋ ਸਕੇਗਾ? ਜੇ ਸੂਰਜ ਖਤਮ ਹੋ ਜਾਏ, ਸੂਰਜ ਠੰਡਾ ਹੋ ਜਾਏ ਤਾਂ ਕੀ ਇੱਥੇ ਜੀਵਨ ਰਹਿ ਸਕੇਗਾ? ਤਾਂ ਹਰ ਸਵਾਸ ਦੇ ਨਾਲ ਪਾਲਣਾ ਹੋ ਰਹੀ ਹੈ ਨਾ। ਜਿਸ ਵਿੱਚ ਸ਼ੈ ਦੀ ਬੰਦੇ ਨੂੰ ਜ਼ਰੂਰਤ ਹੈ, ਉਹ ਇਸ ਸੰਸਾਰ ਦੇ ਅੰਦਰ ਹਰ ਸ਼ੈ ਮੌਜੂਦ ਹੈ। ਸਰੀਰਕ ਤੌਰ ਤੇ ਹਰ ਇੱਕ ਦੀ ਪ੍ਰਤਪਾਲਨਾ ਕਰ ਰਿਹਾ ਹੈ। ਤੇ ਯਾਦ ਰੱਖਣਾ, ਸਾਡੀ ਆਤਮਿਕ ਤੌਰ ਤੇ ਵੀ ਹਰ ਪਲ ਪ੍ਰਤਪਾਲਨਾ ਹੋ ਸਕਦੀ ਹੈ, ਜੇ ਉਹ ਸਰਵ ਵਿਆਪਕ ਦੇ ਨਾਲ ਅਸੀਂ ਜੁੜ ਜਾਈਏ, ਜੇ ਉਹਦੇ ਗੁਣਾਂ ਦੇ ਧਾਰਨੀ ਹੋ ਜਾਈਏ। ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਜੇ ਦਾ ਮਤਲਬ ਜਿਹੜਾ, ਤੁਧ ਆਹੇ ਦਾ ਮਤਲਬ ਤੇਰੀ ਸ਼ਰਨ। ਤੁਧ ਆਹੇ ਇਹਦਾ ਮੀਨਿੰਗ ਹੈ ਤੇਰੀ ਸ਼ਰਨ। ਬਿਰਥਾ ਦਾ ਮਤਲਬ ਖਾਲੀ। ਬਿਰਥਾ ਕੋਈ ਨਾ ਜਾਏ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ। ਜੇ ਆਵੇ ਤੁਧ ਆਹੇ, ਜਿਹੜਾ ਤੇਰੀ ਸ਼ਰਨ ਵਿੱਚ ਆਉਂਦਾ ਹੈ ਉਹ ਕੋਈ ਵੀ ਖਾਲੀ ਨਹੀਂ ਜਾਂਦਾ, ਉਹਨੂੰ ਹਰ ਦਾਤ ਮਿਲਦੀ ਹੈ। ਜੋ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਕੋਈ ਖਾਲੀ ਨਹੀਂ ਜਾਂਦਾ ਹੈ, ਕੋਈ ਵੀ ਖਾਲੀ ਨਹੀਂ ਜਾਂਦਾ। ਜਿਹੜਾ ਵੀ ਤੇਰੀ ਸ਼ਰਨ ਵਿੱਚ ਆ ਜਾਂਦਾ ਹੈ ਉਹ ਜੀਵ ਕੋਈ ਵੀ ਖਾਲੀ ਨਹੀਂ ਜਾਂਦਾ, ਉਹ ਆਪਣੀ ਮੂੰਹ ਮੰਗੀ ਮੁਰਾਦ ਜਿਹੜੀ ਹੈ ਉਹ ਪਾ ਲੈਂਦਾ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿ ਕਿਵੇਂ ਖਾਲੀ ਨਹੀਂ ਜਾਂਦਾ। ਤਾਂ ਇਹ ਚੀਜ਼ ਸਿਰਫ ਇੰਨੀ ਕੁ ਸਮਝਣ ਵਾਲੀ ਹੈ ਕਿ ਸਾਨੂੰ ਸ਼ਰਨ ਦੀ ਸਮਝ ਆ ਜਾਏ। ਸ਼ਰਨ ਕੀ ਹੈ? ਰੱਬ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਰੱਬੀ ਰਜ਼ਾ ਨੂੰ ਫੋਲੋ ਕਰਨਾ, ਜੋ ਕੁਦਰਤ ਦੇ ਨਿਯਮ ਨੇ ਉਹਨਾਂ ਨੂੰ ਫੋਲੋ ਕਰਨਾ। ਤਾਂ ਜੋ ਰੱਬੀ ਰਜ਼ਾ ਨੂੰ ਫੋਲੋ ਕਰੇਗਾ ਉਹ ਕਦੇ ਖਾਲੀ ਜਾਏਗਾ ਹੀ ਨਹੀਂ, ਉਹਨੂੰ ਹਮੇਸ਼ਾ ਉਹ ਚੀਜ਼ ਮਿਲੇਗੀ। ਮੰਨ ਲਓ ਸਪੋਜ਼ ਤੁਸੀਂ ਸੁੱਖ ਚਾਹੁੰਦੇ ਹੋ, ਤਾਂ ਸੁੱਖਾਂ ਵਾਸਤੇ ਕੋਈ ਰਿਕੁਆਇਰਮੈਂਟ ਹੈ ਨਾ। ਤਾਂ ਸ਼ਰਨ ਵਿੱਚ ਆਉਣ ਦਾ ਮਤਲਬ ਉਸ ਰਿਕੁਆਇਰਮੈਂਟ ਨੂੰ ਪੂਰੀਆਂ ਕਰੋ ਤੇ ਤੁਸੀਂ ਸੁੱਖ ਪਾ ਲਓ। ਪਿਆਸ ਲੱਗੀ ਹੈ, ਰੱਬ ਦੀ ਸ਼ਰਨ ਵਿੱਚ ਆਓ। ਰੱਬ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਸਿਸਟਮ ਹੈ ਨਾ ਕਿ ਪਾਣੀ ਪੀਵੋਗੇ ਤੇ ਪਿਆਸ ਬੁਝ ਜਾਏਗੀ। ਹੁਣ ਜਿਹੜਾ ਵੀ ਪਿਆਸ ਲੱਗੀ ਹੋਏਗੀ, ਜਿਹਨੂੰ ਪਾਣੀ ਪੀਣ ਦੇ ਨਾਲ ਹਰ ਇੱਕ ਦੀ ਪਿਆਸ ਬੁਝ ਜਾਏਗੀ। ਭੁੱਖ ਲੱਗੀ ਹੈ ਤਾਂ ਸਿਸਟਮ ਹੈ ਨਾ ਕਿ ਪ੍ਰਸ਼ਾਦਾ ਪਾਣੀ ਛਕਣ ਦੇ ਨਾਲ ਭੁੱਖ ਮਿਟ ਜਾਏਗੀ, ਤਾਂ ਜਿਹੜਾ ਖਾਏਗਾ ਉਹਦੀ ਮਿਟ ਜਾਏਗੀ, ਤੇ ਜਿਹੜਾ ਇਸ ਰਿਕੁਆਇਰਮੈਂਟ ਨੂੰ ਪੂਰਾ ਨਹੀਂ ਕਰੇਗਾ ਉਹਦੀ ਨਹੀਂ ਮਿਟੇਗੀ। ਇਸ ਲਈ ਹਰ ਚੀਜ਼ ਦੀ ਰਿਕੁਆਇਰਮੈਂਟ ਹੈ। ਸ਼ਰਨ ਆਉਣ ਦਾ ਮਤਲਬ ਰੱਬੀ ਰਜ਼ਾ ਦੇ ਅੰਦਰ ਤੁਰਨਾ, ਰੱਬੀ ਰਜ਼ਾ ਨੂੰ ਫੋਲੋ ਕਰਨਾ। ਤਾਂ ਹੇ ਮਾਲਕ ਜੀ, ਜੋ ਵੀ ਤੇਰੇ ਚਰਨਾਂ ਦੀ ਸ਼ਰਨ ਲੈਂਦਾ ਹੈ, ਜੋ ਤੇਰੀ ਰਜ਼ਾ ਦੇ ਅੰਦਰ ਤੁਰਦਾ ਹੈ, ਉਹ ਕਦੇ ਵੀ ਕੋਈ ਖਾਲੀ ਨਹੀਂ ਗਿਆ। ਹੁਣ ਇਸ ਚੀਜ਼ ਨੂੰ ਥੋੜਾ ਹੋਰ ਸਮਝ ਲਓ ਕਿ ਜੇ ਰੱਬੀ ਸ਼ਰਨ ਵਿੱਚ ਕੋਈ ਬੰਦਾ ਆਏ ਤੇ ਆਪਣੇ ਆਪ ਨੂੰ ਬੋਲਣਾ ਚਾਹੁੰਦਾ ਹਾਂ, ਤਾਂ ਕਦੇ ਹੋ ਸਕਦਾ ਹੈ ਕਿ ਸੱਚ ਕਹੇ ਕਿ ਨਹੀਂ ਤੂੰ ਸੱਚ ਨਹੀਂ ਬੋਲ ਸਕਦਾ। ਕਦੇ ਐਸਾ ਹੋ ਸਕਦਾ ਹੈ ਕਿ ਕੋਈ ਬੰਦਾ ਦਇਆ ਕਰਨੀ ਚਾਹੇ ਤੇ ਰੱਬ ਉਹਨੂੰ ਕਹਿ ਦੇ ਨਾ ਤੂੰ ਨਹੀਂ ਦਇਆ ਕਰ ਸਕਦਾ, ਤੂੰ ਨਹੀਂ ਸੱਚ ਬੋਲ ਸਕਦਾ। ਐਵੇਂ ਤੇ ਕਦੇ ਵੀ ਨਹੀਂ ਹੁੰਦਾ। ਅਸੀਂ ਆਪ ਹੀ ਨਹੀਂ ਬੋਲਣਾ ਚਾਹੁੰਦੇ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਇਹ ਮਾਲਕ ਜੀ, ਜੋ ਵੀ ਤੇਰੇ ਚਰਨਾਂ ਦੀ ਸ਼ਰਨ ਲੈਂਦਾ ਹੈ, ਜੋ ਤੇਰੀ ਰਜ਼ਾ ਭਾਣੇ ਵਿੱਚ ਤੁਰਦਾ ਹੈ, ਉਹ ਕਦੇ ਵੀ ਜੀਵਨ ਵਿੱਚ ਖਾਲੀ ਨਹੀਂ ਹੁੰਦਾ। ਉਹ ਵੱਡੀਆਂ ਪ੍ਰਾਪਤੀਆਂ ਕਰਦਾ ਹੈ, ਉਹ ਆਪਣੇ ਗੋਲ ਤੇ ਪਹੁੰਚਦਾ ਹੈ, ਉਹ ਆਪਣੇ ਏਮ ਤੇ ਪਹੁੰਚਦਾ ਹੈ, ਉਹ ਦੁਨੀਆ ਦਾ ਸਭ ਤੋਂ ਮਹਾਨ ਇਨਸਾਨ ਹੋ ਜਾਂਦਾ ਹੈ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ
ਕਿ ਅਸੀਂ ਆਪਣੇ ਗੋਲ ਤੇ ਪਹੁੰਚ ਸਕੀਏ, ਅਸੀਂ ਵੱਡੀਆਂ ਪ੍ਰਾਪਤੀਆਂ ਕਰ ਸਕੀਏ, ਤਾਂ ਉਹਦੇ ਵਾਸਤੇ ਇੱਕੋ ਇੱਕ ਸਾਧਨ ਹੈ, ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਤੁਰਨਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਪੁੱਛ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਵਿਊਜ਼ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ, ਤੇ ਮੇਰੀ ਸਿਹਤ ਅੱਗੇ ਨਾਲੋਂ ਕਾਫੀ ਠੀਕ ਹੈ, 80-85%, ਲੇਕਿਨ ਥੋੜੀ ਪ੍ਰੋਬਲਮ ਹੋਣ ਕਰਕੇ ਹੋ ਸਕਦਾ ਹੈ ਕਿ ਮੈਂ ਠੀਕ ਢੰਗ ਨਾਲ ਸੇਵਾ ਨਾ ਕਰ ਪਾ ਰਿਹਾ ਹਾਂ। ਤਾਂ ਮਿਲਦੇ ਹਾਂ ਕੱਲ ਨੂੰ ਕਲਾਸ ਵਿੱਚ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।